श्री वाहिगुरु साहिब जीओ। ज्ञान ध्यान किछ कर्म न जाना, सार न जाना तेरी। सब ते बड़ा सतगुरु नानक, जिन कल राखी मेरी। लख खुशियां पातशाहियां, जे सतगुर नदर करे। निमख एक हर नाम दे, मेरा मन तन शीतल होए। गुरपुरा जिन सिमरिया, सही पे निहाल। नानक नाम आराधना, जी नानक नाम आराधना। कारज आवे रास, खुद आगे अरदास हमारी। जियो पिंड सब तेरा, कहो नानक सब तेरी वड्याई। कोई ना न जाने मेरा, कहो नानक सब तेरी वड्याई। कोई ना न जाने मेरा, सगल द्वार को छाड़ के गह्यो तुहारो द्वार। बाहें गहे की लाज अस, गोविंद दास तुहार। सतगुर आयो शरण तुहारी, मिले सुख नाम हर सोभा। नाले सुख मिलदा नाले शोभा, द्वारे तेरे आया मालका। नाले सुख मिलदा नाले शोभा, दर तेरे आया मालका। सुख मिलदा नाले शोभा, द्वारे तेरे आया मालका। नाले सुख मिलदा नाले शोभा,
ਨਾਲੇ ਸੋਭਾ ਦੁਆਰੇ ਤੇਰੇ ਆਇਆ ਮਾਲਕਾ ਨਾਲੇ ਸੁਖ ਮਿਲਦੇ ਨਾਲੇ ਸੋਭਾ ਦੁਆਰੇ ਤੇਰੇ ਆਇਆ ਮਾਲਕਾ ਸੁਖ ਮਿਲਦਾ ਨਾਲੇ ਸੋਭਾ ਦਰ ਤੇਰੇ ਆ ਕੇ ਮਾਲਕਾ ਸੁਖ ਮਿਲਦਾ ਨਾਲੇ ਸੋਭਾ ਦਰ ਤੇਰੇ ਆ ਕੇ ਮਾਲਕਾ ਸੁਖ ਮਿਲਦਾ ਨਾਲੇ ਸੋਭਾ ਦਰ ਤੇਰੇ ਆਇਆ ਮਾਲਕਾ ਨਾਲੇ ਸੁਖ ਮਿਲਦਾ ਨਾਲੇ ਸੋਭਾ ਦਰ ਤੇਰੇ ਆਇਆ ਮਾਲਕਾ ਨਾਲੇ ਸੁਖ ਮਿਲਦਾ ਨਾਲੇ ਸੋਭਾ ਦਰ ਤੇਰੇ ਆਇਆ ਮਾਲਕਾ ਨਾਲੇ ਸੁਖ ਮਿਲਦਾ ਨਾਲੇ ਸੋਭਾ ਦਰ ਤੇਰੇ ਆਇਆ ਮਾਲਕਾ ਦੁਆਰੇ ਤੇਰੇ ਜੀ ਆ ਕੇ ਮਾਲਕਾ ਚਰਨੀ ਤੇਰੇ ਜੀ ਆ ਕੇ ਮਾਲਕਾ ਆਗੇ ਦਰ ਤੇਰੇ ਜੀ ਆ ਕੇ ਮਾਲਕਾ ਚਰਨੀ ਤੇਰੇ ਜੀ ਆ ਕੇ ਮਾਲਕਾ ਦੁਆਰੇ ਤੇਰੇ ਜੀ ਆ ਕੇ ਮਾਲਕਾ ਚਰਨੀ ਤੇਰੇ ਜੀ ਆ ਕੇ ਮਾਲਕਾ ਨਾਲੇ ਸੁਖ ਮਿਲਦਾ ਨਾਲੇ ਸੋਭਾ ਚਰਨੀ ਤੇਰੇ ਲੱਗ ਕੇ ਮਾਲਕਾ ਸੁਖ ਮਿਲਦਾ ਨਾਲੇ ਸੋਭਾ ਦੁਆਰੇ ਤੇਰੇ ਆ ਕੇ ਮਾਲਕਾ ਸੁਖ ਮਿਲਦਾ ਨਾਲੇ ਸੋਭਾ ਚਰਨੀ ਤੇਰੇ ਆ ਕੇ ਮਾਲਕਾ ਨਾਲੇ ਸੁਖ ਮਿਲਦਾ ਨਾਲੇ ਸੋਭਾ ਦੁਆਰੇ ਤੇਰੇ ਆ ਕੇ ਮਾਲਕਾ ਸੁਖ ਮਿਲਦਾ ਨਾਲੇ ਸੋਭਾ ਦਰ ਤੇਰੇ ਆ ਕੇ ਮਾਲਕਾ ਨਾਲੇ ਸੁਖ ਮਿਲਦਾ ਨਾਲੇ ਸੋਭਾ ਦੁਆਰੇ ਤੇਰੇ ਆ ਕੇ ਮਾਲਕਾ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ चिंता लाहे हमारी अवर न सूझे दूजी ठाहर हार पर्यो तो द्वारी लेखा छोड़ अलेख छूटे हम निर्गुण ले हो वारी साध भगत सिंध सदा मेहरबाना सबन दे दारे मैं केड़े पासे जामा मालका अवर ना सूझे दूजी ठाहर मैं केड़े दर जामा मालका छड़ के द्वारा तेरा केड़े दर जामा दाता जी मैं छड़ के द्वारा तेरा मैं केड़े दर जामा मालका छड़ के द्वारा तेरा मैं केड़े दर जामा मालका छड़ के द्वार तेरा केड़े दर जामा मालका छड़ के द्वार तेरा मैं केड़े दर जामा मालका छड़ के द्वार तेरा जी केड़े दर मैं केड़े दर
ਜਾਵਾਂ ਦਾਤਿਆ ਛੱਡ ਕੇ ਦੁਆਰਾ ਤੇਰਾ ਮੈਂ ਕਿਹੜੇ ਦਰ ਜਾਵਾਂ ਮਾਲਕਾ ਜੀ ਛੱਡ ਕੇ ਦੁਆਰਾ ਤੇਰਾ ਕਿਹੜੇ ਦਰ ਜਾਵਾਂ ਮਾਲਕਾ ਛੱਡ ਕੇ ਦੁਆਰਾ ਤੇਰਾ ਮੈਂ ਕਿਹੜੇ ਦਰ ਜਾਵਾਂ ਮਾਲਕਾ ਛੱਡ ਕੇ ਦੁਆਰਾ ਤੇਰਾ ਜਾਵਾਂ ਮਾਲਕਾ ਜੀ ਮੈਂ ਛੱਡ ਕੇ ਦੁਆਰਾ ਤੇਰਾ ਮੈਂ ਕਿਹੜੇ ਦਰ ਜਾਵਾਂ ਮਾਲਕਾ ਛੱਡ ਕੇ ਦੁਆਰਾ ਤੇਰਾ ਆਪੋ ਤਾਪੀ ਲੱਗੀ ਦੁਨੀਆ ਆਪੋ ਤਾਪ 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 ਲੱਗੀ ਦੁਨੀਆ ਜੀ ਆਪੋ ਤਾਪ ਲੱਗੀ ਦੁਨੀਆ ਇੱਥੇ ਕੋਈ ਨਹੀਂ ਦਿਸਦਾ ਮੇਰਾ ਜੀ ਆਪੋ ਤਾਪੀ ਲੱਗੀ ਦੁਨੀਆ ਇੱਥੇ ਕੋਈ ਨਹੀਂ ਦਿਸਦਾ ਮੇਰਾ ਜੀ ਤਾਪ ਲੱਗੀ ਦੁਨੀਆ ਇੱਥੇ ਕੋਈ ਨਾ ਦਿਸਦਾ ਮੇਰਾ ਜੀ ਆਪੋ ਤਾਪ ਲੱਗੀ ਦੁਨੀਆ ਇੱਥੇ ਕੋਈ ਨਾ ਦਿਸਦਾ ਮੇਰਾ ਜੀ ਆਪੋ ਤਾਪ ਲੱਗੀ ਦੁਨੀਆ ਇੱਥੇ ਕੋਈ ਨਾ ਦਿਸਦਾ ਮੇਰਾ ਜੀ ਆਪੋ ਤਾਪ ਲੱਗੀ ਦੁਨੀਆ ਇੱਥੇ ਕੋਈ ਨਾ ਦਿਸਦਾ ਮੇਰਾ ਮੈਂ ਕਿਹੜੇ ਦਰ ਜੀ ਕਿਹੜੇ ਦਰ ਜਾਵਾਂ ਦਾਤਿਆ ਛੱਡ ਕੇ ਦੁਆਰਾ ਤੇਰਾ ਮੈਂ ਕਿਹੜੇ ਦਰ ਜਾਵਾਂ ਦਾਤਿਆ ਜੀ ਛੱਡ ਕੇ ਦੁਆਰਾ ਤੇਰਾ ਮੈਂ ਕਿਹੜੇ ਦਰ ਜਾਵਾਂ ਦਾਤਿਆ ਛੱਡ ਕੇ ਦੁਆਰਾ ਤੇਰਾ ਮੈਂ ਕਿਹੜੇ ਦਰ ਜਾਵਾਂ ਦਾਤਿਆ ਛੱਡ ਕੇ ਦੁਆਰਾ ਤੇਰਾ ਕਿਹੜੇ ਦਰ ਜਾਵਾਂ ਦਾਤਿਆ ਛੱਡ ਕੇ ਦੁਆਰਾ ਤੇਰਾ ਕਿਹੜੇ ਦਰ ਜਾਵਾਂ ਦਾਤਿਆ ਛੱਡ ਕੇ ਦੁਆਰਾ ਤੇਰਾ ਜੁਗੋ ਜੁਗ ਅਟਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਗੁਰਮੁਖ ਪਿਆਰੇ ਭਾਈ ਲੀਲਾ ਸਿੰਘ ਜੀ ਸੁਪੁੱਤਰ ਸਰਦਾਰ ਗੁਰਬਖਸ਼ ਸਿੰਘ ਜੀ ਤੇ ਉਹਨਾਂ ਦੇ ਗ੍ਰਹਿ ਵਿਖੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਪ੍ਰਕਾਸ਼ ਭੋਗ ਪਾਏ ਗਏ ਨੇ ਤੇ ਆਪ ਸੰਗਤਾਂ ਗੁਰੂ ਸਾਹਿਬ ਜੀ ਦੇ ਹਜ਼ੂਰੀ ਅੰਦਰ ਅਰਦਾਸ ਬੇਨਤੀ ਵੀ ਸ਼ਾਮਲ ਹੋਣ ਲਈ ਪਹੁੰਚ ਰਹੇ ਹੋ। ਸਭ ਤੋਂ ਪਹਿਲੀ ਬੇਨਤੀ ਕਿ ਜਿਹੜੀਆਂ ਸੰਗਤਾਂ ਨੂੰ ਕੋਈ ਕੰਮਕਾਰ ਹੋਵੇ ਕਿਤੇ ਮਜਬੂਰੀ ਹੋਵੇ ਜਾਣਾ ਹੋਵੇ ਤਾਂ ਸਤਿਗੁਰਾਂ ਨੂੰ ਨਮਸਕਾਰ ਕਰੋ। ਲੰਗਰ ਪਾਣੀ ਚੱਲ ਰਿਹਾ ਹੈ, ਨਾਲ ਦੀ ਨਾਲ ਛਕ ਕੇ ਪ੍ਰੇਮ ਦੇ ਨਾਲ ਜਾ ਸਕਦੇ ਹੋ। ਜਿਹੜੀ ਸੰਗਤ ਬੈਠਣਾ ਚਾਹੁੰਦੀ ਹੈ ਉਹ ਬੈਠ ਕੇ ਹਰੀ ਜਸ ਕੀਰਤਨ ਦਾ ਆਨੰਦ ਮਾਣੇ। ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਹੈ। ਕਈ ਵਾਰੀ ਕਿਸੇ ਨੂੰ ਕਾਹਲੀ ਹੁੰਦੀ ਹੈ ਤੇ ਕੋਈ ਗੱਲ ਨਹੀਂ, ਹਾਜ਼ਰੀ ਲਵਾ ਕੇ ਲੰਗਰ ਪਾਣੀ ਛਕ ਕੇ ਜ਼ਰੂਰ ਜਾਵੇ, ਉਹ ਜਾ ਸਕਦੇ ਨੇ। ਬਾਕੀ ਸੰਗਤ ਗੁਰੂ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਵਿਚਾਰਾਂ ਦਾ ਆਨੰਦ ਮਾਣੇ। ਸੇਵਾਦਾਰਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਪ੍ਰੇਮ ਦੇ ਨਾਲ ਸੇਵਾ ਕਰੋ। ਆਵਾਜ਼ ਘੱਟ ਆਵੇ ਥੋੜੀ ਜਿਹੀ, ਇਸ਼ਾਰਿਆਂ ਦੇ ਨਾਲ ਇਹ ਬੇਨਤੀ ਪ੍ਰਵਾਨ ਕਰਨੀ। ਬਹੁਤ ਸਿਆਣੇ ਗੁਰਮੁਖ ਪਿਆਰੇ ਸੇਵਾਦਾਰ ਨੇ ਸਾਡੇ। ਸੋ ਆਓ ਸਭ ਤੋਂ ਪਹਿਲਾਂ ਆਪਾਂ ਲਵਾਈਏ ਹਾਜ਼ਰੀਆਂ ਗੁਰੂ ਚਰਨਾਂ ਵਿੱਚ।
सारे हाथ जोड़ के सतगुरां नूं हाजर नाजर जान के धन गुरु नानक दा द्वारा है। हुण ये गुरुद्वारा कह लो, गुरु दा द्वारा। सो गुरु साहब नूं हाजर नाजर जान के दोनों हाथ जोड़ के सारे गज के आखो जी वाहिगुरु जी का खालसा वाहिगुरु जी की फतेह। सतगुरु कृपा कर। आओ जितना भी समा आनंद बनेगा उतना समा बह के आपां हरि जस कीर्तन करांगे। तकरीबन आपां 10:15 बजे अरदास बेनती कर देनी है। मौसम ठीक है ते संगत आके हाजरियां लवाओ। समा थोड़ा ही रह गया। दान पुन करदा गुरमुख प्यारा कोई माया खर्च के। तुहानूं पता ही अजकल खर्चे बधेरे ने। गुरु साहब की बाणी का उल्टा आसरा लैंदा है ते लंगर पानी चलाउंदा, खर्चा बहुत हो जाता है। ते नाल नाल फिर जदों गुरबाणी का जस कीता है, गुरबाणी पढ़ी गई है, फिर हरि जस कीर्तन भी कराउंदा है तां जो परिवार का भला होवे, संगत का भला होवे, सब दे भले वास्ते हुंदा है। भावें कि एक परिवार ओट आसरा लैंदा है गुरु साहब का, पाठ कराउंदा है, जदों कीर्तन हुंदा है, स्पीकर लग जाता है तां प्यारिओ सारे नगर का भला है। जिथे तक भी आवाज़ जाती, जो भी सुन के भावना दे नाल सुनदा है ना, किते भी बैठ के भावें सुने तां ओहदा भी नाल भला हुंदा है। सारे नगर का ही भला कहो भी हुंदा है। ते जदों इदां दा कोई हुंदा है प्रबंध समागम तां सारे बैठ के आनंद माणिया करो तां जो साडा भी भला हो सके। आपां ते अपना भला लोचना, सब अपने भले वास्ते हुंदे ने। सो वध तो वध समा कढ के समय सिर पहुंच के आपां हाजरियां लवाया करिए। आओ आपां सारे किते ही धारणा पढ़दे हुंने आ सत्संग दी। सतगुरु कृपा करन सारे बड़े भागां नाल सतसंगत प्राप्त हुंदा जिथे केवल सच दी गुरु ग्रंथ साहब दी बाणी दी गल होवे। प्यारे सत्संग बहुत मिल जांदे ने, पर जे कोई अपने ही गल करी जावे, दुनियादारी दी ही करी जावे, वो गल वखरी है। जिथे सत अकाल पुरख वाहिगुरु दी केवल सच दी गल होवे, वो बहुत बड़े भागां नाल बेड़ा प्राप्त हुंदा है। सो आपां नूं इह बेड़ा प्राप्त होया, गुरमुखां ने उपराला कीता है ते आपां ने लाहा लैणा है। हुण प्यारिओ गल करिए जे ना दान पुन दी, बहुत करदे ने, कोई घाटा नहीं। अज संसार विच दान पुन बड़े करदे ने, पर दान पुन करन दा तरीका जिहड़ा ढंग है वो सही किहड़ा है। तां सतगुरां दी पावन बाणी विच ना सतगुरु दा बचन हुंदा है। पहले पातशाह सतगुरु महाराज कहिंदे ने, अकली साहिब सेवी है, अकली पाई है मान, अकली पढ़ के बुझी है, अकली कीचै दान। गुरु नानक साहब महाराज कहते दान भी अकल नाल करना चाहिए, एवं ही नहीं भी वेखिया कोई बड़ा मंगता बन के मंग रहा है ते आपां उहदी झोली विच पा दईए ते वो दान हो गया। आप जी ने पिछले इलाके विच शायद जदों नोटबंदी हुई है, किन्नियां खबरां सुनियां होणगियां, भिखारियां कोल लखां रुपये मिले, लखां। की फायदा होया, उत्ते जमा करी जांदा अगला। कई भुखे बेचारे भुखे ही रह गए, मिलता ही नहीं कुछ। कईयां ने होटल, एक भिखारी है बॉम्बे दे विच, तुसीं खबर सुनी होनी है, बॉम्बे दे विच एक भिखारी है जिहदा प्यारिओ लॉज है पूरे दा पूरा, जिवें आपां सरां कहदे ने ना, अंम੍ਰਿਤਸਰ साहिब जाने सरावां बणीਆਂ ने, कई मंजिलां होटल खोले ने। भिखारी दा होटल है पूरा, जिहदा एक रात का एक कमरे का किराया 3-3, 4-4 हज़ार रुपए है। करोड़ांपति बंदा है, भिखारी है, अज भी मंगदा है। हुण की उहनूं अगला दान, ओहदा दान की लगू। इस करके गुरु नानक साहब कहंदे अकली साहिब सेवी है। परमात्मा की बंदगी भी अकल नाल हुंदी है, एवें नहीं, ते दान भी अकल नाल करना चाहिए। जिथे लोड़ है, लोड़वंदां की सहायता करिए। वो दान भावें 5 रुपए का क्यों ना होवे, 50 रुपए का क्यों ना होवे, वो भी तेरा बधे फुलेगा। कई थां ते लखां रुपये दिते भी वेस्ट चले जाते हैं, व्यर्थ चले जाते हैं। ये जरूर ख्याल कर लेना चाहिए, क्योंकि ढोंगी बहुत हो गए ने ना, मंगण वाले ढोंगी बहुत हो गए ने। ते की गल्लां करिए, समा थोड़ा है। सो आपां धन गुरु नानक साहब का यह शब्द है, ते सतगुरु नानक साहब का इतिहास विचों एक जिक्र लैने आ। सतगुरु जगत जलंदे नूं उतारदे एक नगर विच पहुंचे ने। नगर विच हुण ये नगर दे सारे लोग तकरीबन माया धारी ने, बहुत माया है, चतर चलाक बहुत ने,
ਸਾਰੇ ਹੀ, ਤੇ ਸਾਧੂਆਂ ਦਾ ਜਮਾ ਸਤਿਕਾਰ ਨਹੀਂ ਕਰਦੇ। ਥਾਂ ਤਾਂ ਕੀ ਦੇਣੀ ਸੀ ਰਹਿਣ ਵਾਸਤੇ, ਸਗੋਂ ਅੰਨ ਪਾਣੀ ਤੇ ਛੱਡੋ ਰਹਿਣ ਨੂੰ ਥਾਂ ਵੀ ਨਹੀਂ ਦਿੰਦੇ ਸੀ। ਹੁਣ ਇੱਥੋਂ ਦਾ ਇੱਕ ਸੀਗਾ ਸੋਮਾ, ਸੋਮਾ ਸੀ ਉਹਦਾ ਨਾਮ, ਤੇ ਪਿਆਰੇ ਉਹਨੂੰ ਨਾ ਲੋਕੀ ਬਾਅਦ ਵਿੱਚ ਬੁੱਧੂ ਸਮਝਦੇ ਸੀ, ਗੱਲਾਂ ਕਰਦੇ ਸੀ। ਮਾਇਆ ਇਹਦੇ ਕੋਲ ਵੀ ਸੀ, ਪੁਰਖਿਆਂ ਦੀ ਵੱਡਿਆਂ ਦੀ ਮਾਇਆ ਬੜੀ ਸੀ ਇਹਦੇ ਕੋਲ ਵੀ, ਪਰ ਇਹਨੂੰ ਲੋਕ ਨਾ ਕਮਲਾ ਹੀ ਕਹਿੰਦੇ ਸੀ ਵੀ ਬੁੱਧੂ ਹੈ, ਇਹਨੂੰ ਅਕਲ ਨਹੀਂ ਹੈ ਪੂਰਾ। ਚਤਰ ਚਲਾਕ ਬਹੁਤੇ ਜ਼ਿਆਦਾ ਸੀ। ਹੁਣ ਅੱਜ ਗੁਰੂ ਨਾਨਕ ਸਾਹਿਬ ਆਏ, ਲੋਕੀ ਵੇਖਣ, ਕੁਝ ਕੁ ਦਾ ਦਿਲ ਕਰੇ ਵੀ ਚਲੋ ਸੇਵਾ ਕਰੀਏ, ਫਿਰ ਕਹਿੰਦੇ ਕਾਹਦੇ ਵਾਸਤੇ, ਇਹ ਤਾਂ ਵਿਹਲੇ ਨੇ, ਇਹਨਾਂ ਦੀ ਕੀ ਸੇਵਾ ਕਰਨੀ ਹੈ, ਕਿਉਂ ਮਾਇਆ ਖਰਾਬ ਕਰਨੀ ਹੈ, ਕਿਉਂ ਸਮਾਂ ਖਰਾਬ ਕਰਨਾ, ਚਲੋ ਚੱਲੀਏ। ਹੁਣ ਪਿਆਰਿਓ, ਕਿਉਂਕਿ ਜਦੋਂ ਭਾਵਨਾ ਜਾਂ ਫਿਰ ਲਗਨ ਜਾਂ ਫਿਰ ਭਾਗ ਜਾਗਣੇ ਹੋਣ, ਉਦੋਂ ਹੀ ਕੋਈ ਸੇਵਾ ਕਰ ਸਕਦਾ, ਐਵੇਂ ਸੇਵਾ ਨਹੀਂ ਹੁੰਦੀ। ਹੁਣ ਗੁਰਮੁਖ ਪਰਿਵਾਰ ਦੇ ਭਾਗ ਜਾਗੇ ਨੇ, ਜਿਹੜਾ ਸੰਗਤਾਂ ਦੇ ਚਰਨ ਪਏ ਨੇ, ਗੁਰੂ ਸਾਹਿਬ ਦੇ ਚਰਨ ਪਏ ਨੇ, ਲੰਗਰ ਪਾਣੀ ਚੱਲ ਰਹੇ ਨੇ। ਜਦੋਂ ਕਿਸੇ ਦੇ ਭਾਗ ਜਾਗਦੇ ਨੇ, ਉਦੋਂ ਹੀ ਸਾਧੂਆਂ ਦਾ ਮੇਲਾ ਹੁੰਦਾ ਹੈ। ਅੱਜ ਪਿਆਰਿਓ, ਇਹ ਸੋਮਾ ਵੀ ਆਇਆ ਜਦੋਂ ਨਾ, ਉਧਰ ਨੂੰ ਜੰਗਲ ਵਿੱਚ ਬੈਠੇ ਨੇ ਸਤਿਗੁਰੂ ਜੀ। ਮੌਸਮ ਖਰਾਬ ਹੋ ਗਿਆ, ਬਾਰਿਸ਼ ਵਾਲਾ ਮੌਸਮ, ਠੰਡ ਦਾ ਸਮਾਂ ਸੀ। ਇਹ ਆਇਆ, ਪਹਿਲਾਂ ਤਾਂ ਲੰਘਣ ਲੱਗਾ ਕੋਲ ਦੀ, ਕਿਉਂਕਿ ਮਾਇਆ ਧਾਰੀ ਇਹ ਵੀ ਸੀ, ਮਾਇਆ ਇਹਦੇ ਕੋਲ ਵੀ ਬੜੀ ਸੀ, ਵਿਹਲਾ ਹੀ ਰਹਿੰਦਾ ਸੀ। ਪਰ ਇਹਦੇ ਅੰਦਰ ਨਾ ਚਤਰ ਚਲਾਕੀ ਨਹੀਂ ਸੀ, ਭੋਲਾਪਣ ਸੀ। ਭੋਲਾਪਣ, ਚਤਰ ਚਲਾਕ ਬੰਦੇ ਬਹੁਤ ਵਾਰੀ ਨਾ ਖਾਲੀ ਰਹਿ ਜਾਂਦੇ। ਸਿਆਣੇ ਬਹੁਤ ਸਮਝਦੇ ਹੁੰਦੇ ਆਪਣੇ ਆਪ ਨੂੰ, ਪਰ ਖਾਲੀ ਰਹਿ ਜਾਂਦੇ। ਇਹ ਭੋਲਾ ਸੀ। ਇਹਨੇ ਵੇਖਿਆ ਵੀ ਸਾਧੂ ਬੈਠੇ ਨੇ, ਸਾਧੂ ਬੈਠੇ ਨੇ, ਪਹਿਲਾਂ ਤੇ ਲੰਘਣ ਲੱਗਾ ਕੋਲ ਦੀ, ਪਰ ਗੁਰੂ ਨਾਨਕ ਸਾਹਿਬ ਦੀ ਨਜ਼ਰੇ ਤੇ ਪੈ ਗਈ, ਤੇ ਇਹਦੀ ਗੁਰੂ ਨਾਨਕ ਸਾਹਿਬ ਵੱਲ ਪੈ ਗਈ, ਅੱਖਾਂ 'ਚ ਅੱਖਾਂ ਪੈ ਗਈਆਂ ਕਹਿ ਲੋ। ਤੇ ਹੁਣ ਜਦੋਂ ਗੁਰੂ ਨਾਨਕ ਸਾਹਿਬ ਦੀ ਨਜ਼ਰ ਥੱਲੇ ਕੋਈ ਆ ਜਾਏ, ਫਿਰ ਪਿਆਰਿਓ ਭਲਾ ਨਾ ਹੋਵੇ ਤੇ ਗੱਲ ਨਹੀਂ ਬਣਦੀ। ਨਜ਼ਰ ਮਿਲ ਗਈ, ਕਿਰਪਾ ਹੋਣੀ ਸੀ। ਜਦੋਂ ਤੱਕਿਆ ਨਾ, ਇਲਾਹੀ ਨੂਰ, ਅੱਗੇ ਪੈਰ ਨਾ ਪੱਟ ਹੋਇਆ। ਸਮਝਦਾ ਤੇ ਇਹ ਵੀ ਏਦਾਂ ਹੀ ਸੀ ਵੀ ਚਲੋ ਆਪਾਂ ਨੇ ਕੀ ਲੈਣਾ, ਬੈਠੇ ਨੇ, ਬੈਠੇ ਰਹਿਣ ਦੋ। ਪਰ ਜਦੋਂ ਨਜ਼ਰ ਮਿਲ ਗਈ ਨਾ, ਨਜ਼ਰ ਖੁੱਲੇ ਨੈਣ ਤੇ ਗਿਆ ਨਾ ਤੱਕਿਆ, ਨੂਰ ਨਿਰੰਕਾਰੀ ਜੋਤ ਦਾ। ਖੁੱਲੇ ਨੈਣ ਤੇ ਗਿਆ ਨਾ ਤੱਕਿਆ, ਨੂਰ ਨਿਰੰਕਾਰੀ ਜੋਤ ਦਾ। ਖੁੱਲੇ ਤੇ ਗਿਆ ਨਾ ਤੱਕਿਆ, ਨੂਰ ਨਿਰੰਕਾਰੀ ਨੂਰ ਦਾ। ਖੁੱਲੇ ਨੈਣ ਤੇ ਗਿਆ ਨਾ ਤੱਕਿਆ, ਨਿਰੰਕਾਰੀ ਨੂਰ। ਨੈਣ ਤੇ ਗਿਆ ਨਾ ਤੱਕਿਆ, ਨੂਰ ਨਿਰੰਕਾਰੀ ਜੋਤ ਦਾ। ਖੁੱਲੇ ਨੈਣ ਤੇ ਗਿਆ ਨਾ ਤੱਕਿਆ, ਨੂਰ ਨਿਰੰਕਾਰੀ ਜੋਤ ਦਾ। ਖੁੱਲੇ ਨੈਣ ਤੇ ਗਿਆ ਨਾ ਤੱਕਿਆ, ਨੂਰ ਨਿਰੰਕਾਰੀ ਜੋਤ ਦਾ। ਖੁੱਲੇ ਨੈਣ ਤੇ ਗਿਆ ਨਾ ਤੱਕਿਆ, ਨੂਰ ਨਿਰੰਕਾਰੀ ਜੋਤ ਦਾ। ਨੈਣ ਤੇ ਗਿਆ ਨਾ ਤੱਕਿਆ, ਨੂਰ ਨਿਰੰਕਾਰੀ ਜੋਤ ਦਾ। ਖੁੱਲੇ ਨੈਣ ਤੇ ਗਿਆ ਨਾ ਤੱਕਿਆ, ਨੂਰ ਨਿਰੰਕਾਰੀ ਜੋਤ ਦਾ। ਖੁੱਲੇ ਨੈਣ ਤੇ ਗਿਆ ਨਾ ਤੱਕਿਆ, ਨੂਰ ਨਿਰੰਕਾਰੀ ਜੋਤ ਦਾ। ਖੁੱਲੇ ਨੈਣ ਤੇ ਗਿਆ ਨਾ ਤੱਕਿਆ, ਨੂਰ ਨਿਰੰਕਾਰੀ ਜੋਤ ਦਾ। ਹੁਣ ਪਿਆਰਿਓ, ਅੱਗੇ ਪੈਰ ਨਾ ਪੱਟ ਹੋਇਆ, ਕਹਿੰਦਾ ਚਲੋ ਚੱਲੀਏ, ਮਿਲਦੇ ਆ। ਗਿਆ, ਕਹਿਣ ਲੱਗਾ ਮਹਾਤਮਾ ਜੀ, ਮੌਸਮ ਬੜਾ ਖਰਾਬ ਹੈ, ਤੁਸੀਂ ਜੰਗਲ ਵਿੱਚ ਬੈਠੇ ਹੋ,
कोई साधन है तुहाडे कोल? सतगुरु कहंदे तेरे सामने ही है। कहन लगा चलो चलते हैं, साडे घर चलो, मेरे घर चलो, वाधू मकान पे ने, सुख नाल माया बड़ी है, आओ मैं तुहाडी सेवा करनी चाहुंदा, मेरे घर चलो। रात नूं मौसम खराब होना है, बारिश होनी है ते तुसी ठंड विच मरोगे। हुण सतगुरु ते आई भाग जगाउण सन, कहण लगे चलदे आ। घर गए, जदों शाम होई प्रशादा पानी छकाया, सतगुरां नूं जल पानी छकाया बड़ी भावना दे नाल। ते हुण फिर शाम दा दीवान लगना ही सी, सतगुरु ने बाणी पढ़नी सी। कहण लगे मरदाना जी बजाओ, फिर रबाब, बाणी पढ़ी। ये शब्द पढ़िया, सतगुरु ने सारा शब्द पढ़िया। त्रिग तिना का जीविया, जे लिख लिख बेचै नाओ, खेती जिनकी उजड़ै खलवाड़े क्या थाओ। सच्चे शर्मै बाहरे अगे लह ना दाद, अकल एह ना आखी है अकल गवाई है बाद। अकली साहिब सेवी है, अकली पाई है मान, अकली पढ़ के बूझी है, अकली कीजै दान। नानक आखै राहो एहो, होर गल्लां शैतान। ये शब्द पढ़िया गुरु नानक साहब महाराज ने। ये खाने पै गई गल। सतगुरु जी तुसी ते कहने हो भी बाकी सब शैतान, माया धन पदार्थ ये किसे काम दे नहीं। सतगुरु कहंदे हाँ, की काम है संसार विच एवें माया दी खातर, बच्चों की खातर आके ते लोकां दीयां चतर चलाकियां है ही सन। उत्थे एवें लोकां नूं तंग करना, माया का हंकार करना ते माया विच गलतान होके रहना, किस काम दा है? किसे काम दा नहीं। समझ आ गई प्यारिओ, बैराग लग पिया। महाराज सच कहने हो? सतगुरु कहंदे हाँ बिल्कुल सच है। लेके की जाना इथों? माया का करना की है इन्नी दा? हुण तेरे कोल माया किन्नी है? कहंदा बेहिसाब है। तू कमाई है? नहीं महाराज पुरखियां दी है, बड़े वडेरियां ने बहुत माया छड्ड के गए ने मेरे वास्ते। कहंदे फिर तू की कीता? गुरु साहब कहंदे तैं की कीता? आ तेरा चम किसे काम नहीं आउणा, एवें ही खाण वास्ते संसार विच फिरेगा। बड़ी सट लगी दिल दे उपर प्यारे हो, क्योंकि भाग जागने ना जदों ओ सुते भाग जगावे मेला साधु दा, 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 सुते भाग जगावे मेला साधु दा। हाँ सुते भाग जगावे मेला साधु दा, 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 सुते भाग जगावे मेला साधु दा। सत संगत गुरां दी तारे, डोबदाए कुसंग बंदिया, सत संगत गुरां दी तारे, डोबदाए कुसंग बंदिया, सत संगत गुरां दी तारे, डोबदाए कुसंग बंदिया, सत संगत गुरां गुरां दी तारे, डोब जाए कुसंग बंदिया, सत संगत गुरां दी तारे, डोब जाए कुसंग बंदिया। ऐसा रंग चढ़िया ना प्यारिओ, सच्चे पातशाह सच्ची गल है। सतगुरु कहंदे हाँ भाई, जे दुनिया विच आके केवल माया दी खातर धन जोड़ना, माया जोड़नी माड़ी गल नहीं, पर इसे जोगा ही रह जाना ये बड़ी माड़ी गल है।
जे शरीर मिलिया तन मिलिया किसी कम ही ना आया फिर फायदा की होया। कर कर गया गुरु साहब दी गल्लां। सच्चे पातशाह कहंदा फिर मैं जे तुसीं इदां कहने हो ना अपना सारा धन गरीबां नूं दान कर देंगा, गरीबां नूं दे देंगा, सारा लोड़वंदां नूं दे देंगा। सतगुरु कहंदे एक गल होर ख्याल रखी, धन जे तू गरीबां नूं देंगा एक गल दा ख्याल रखी तेरे परिवार वास्ते ते कुछ बचे, परिवार वास्ते कुछ बचना चाहिए। ये ना होवे मुड़ के परिवार वाले गालां कड्ढी जाण भी साडे लई की छड्डिया। ठीक है महाराज, बाल बच्चियां जोगा इन्हें धन पदार्थ ना छड़ दिता। बाकी रोज गुरु साहब जी दे आखे अनुसार जिथे लोड़ हुंदी लंगर लाउणे, किसे नंगे नूं वस्त्र दे देने, भुखियां दे घर जल पानी पहुंचा देना, राशन पानी, इस तरह सेवा करनी शुरू कर दी। अखीर माया जिन्नी भी ये कोल सी ना परिवार वास्ते जिहड़ी रखी सी उहनूं छड्ड के सारी माया इन्हें गरीबां विच वंड दित्ती, दान कर दित्ती, अकल दे नाल कर दित्ती। गुरु साहब ने समझा दिता भी एवें नहीं, अकल दे नाल। हुण किरपा हो गई, रोज सतसंगत करदा है, रोज वाहिगुरू दा नाम जपदा है, सतसंग करदा है, किरपा हुंदी है मालक दी। रोज गुरु साहब जी बाणी पढ़ते ने, शब्द सुणाउंदे ने ते बड़े प्यार नाल सेवा करदा है। सतगुरु चले गए, हुण लोक भी इहनूं कहिंदे इहदे वर्गा कमला ही कोई नहीं। पहलां भी इहनूं बुद्ध ही समझदे सन सारे, कहंदे मूर्ख है। हुण परिवार वाले भी इहदे तकरीबन खिलाफ ही हो गए, मूर्ख बन, कहंदे मूर्ख है बंदा, सारी धन दौलत जिहड़ी है इहने एवें ही कौडियां दे भार रोलता। किन्नी माया साडे कोल सी, माया साडे कोल बड़ी सी, पर इहने एवें ही साधुआं दे मंगर लग के सारी की फायदा होया, की खटिया। इन्हें धन पदार्थ नाल सारी जिंदगी आराम नाल खाधा जा सकता सी। चलो इन्हें परवाह ना की, किरपा हो गई मालक दी, बैराग जागया, रोज हुण सिमरन करदा है। जदों धन पदार्थ सारा मुक गया ना, ऐसा वक्त पिया, एक पेपर पै गया गुरु साहब दा इहदे उपर। कहंदे इहदे ना बच्चे सी जिहड़े परिवार, वो एक एक करके सारे चढ़ाई कर गए, सारे चढ़ाई कर गए। कुछ दिनां च इहने परवाह ना की, मालक दा भाणा मन्निया। फिर जिहड़ा धन पदार्थ परिवार वास्ते छड्डिया सी, हुण वो भी कहंदा इहदा भी की करना, हुण जदों परिवार ही नहीं रहा, ये भी लेखे ला दिंने आ। वो भी धन पदार्थ प्यारे सारे ही है, उन्हें लेखे लाता। लोग हैरान ने, गल्लां करदे ने, हसदे ने इहनूं वेख के, कहंदे इहदे वर्गा पागल कोई नहीं। पहलां घट सी, हुण ते सारा चलो माया ते साਂਭ के रखी हुई सी, हुण वो भी सारा इहने लुटाता। लोकी गल्लां करदे ने, इहनूं कोई परवाह नहीं। सारा धन पदार्थ इहने प्यारो लेखे लाता। उस तो बाद कहंदे हुण भी हुण अन्न पानी खत्म हो गया घर विच। कहंदा हुण करांगे दिहाड़ी, दिहाड़ी करया करांगे, प्रशादा पानी छक लिया करांगे, माया दा की करना, हुण काहदे वास्ते जोड़नी है, पहले ही बड़ा सी। हुण प्यारो कम करन लग पिया, दिहाड़ी दिहाड़ी जांदा है। जदों जांदा है ना एक गल कर लैंदा है, कहंदा भी जे मैनू दिहाड़ी ते लैके जाना काम ते अपने ते, एक मेरी शर्त है भी लऊं सिर्फ 4 टके, वध नहीं लैंदा। क्योंकि इन्हें वेखिया सी भी मेरा गुजारा 4 टकियां च मैं जल पानी छक लेना, अपना पेट जिहड़ा है भर लेना, बहुत है, वध पैसे की करने ने। 4 टके लऊं दिहाड़ी दे, पर शर्त यह है भी मैनू घट्टो घट्ट जिहड़ा एक दिन विच दी इन्ना क समां रब दी गल करे मेरे नाल, जिहड़ा भी मैनू लैके जावे, बंदगी करे। जे बैठ के वाहिगुरू वाहिगुरू करना तां, जां फिर उस अल्लाह ताला वाहिगुरू दीयां गल्लां करे। हुण जिहड़ा भी इहनूं लैके जांदा है तां उह तो 4 टके ही लैंदा। हुण अगले कहंदे भी 4 टकियां च कौन मिलदा मजदूर, कोई नहीं मिलदा। भी लै जाने चलो बैठ के सुन लिया करांगे, आपां नूं ते कुछ नहीं आउंदा। इदां ही करदे ने सारे, लै जांदे ने 4 टके लैंदा, उस तो वध लैंदा कोई नहीं। एक प्यारे एक वार ना
ਕੋਈ ਨਵਾਬ ਸੀ, ਉਹ ਇਹਨੂੰ ਪਕੜ ਕੇ ਲੈ ਗਏ। ਉਹਨਾਂ ਨੇ ਕੰਮ ਕਰਾਉਣਾ ਸੀ ਕੋਈ ਰਾਜ ਦਰਬਾਰ ਦਾ, ਪਕੜ ਕੇ ਇਹਨੂੰ ਵੀ ਮਜ਼ਦੂਰਾਂ ਵਿੱਚ ਲੈ ਗਏ, ਧੱਕੇ ਨਾਲ ਹੀ ਲੈ ਗਏ। ਇਹ ਜਾਣਾ ਨਹੀਂ ਸੀ ਚਾਹੁੰਦਾ। ਚਲੋ ਕੰਮ ਕੀਤਾ। ਉਹ ਸਾਰਿਆਂ ਨੂੰ ਫਿਰ ਬਾਅਦ ਵਿੱਚ ਜਿਹੜੀ ਦਿਹਾੜੀ ਬਣਦੀ ਸੀ ਉਹ ਦੇ ਰਹੇ ਸੀ। ਹੁਣ ਇਹ ਜਦੋਂ ਗਿਆ, ਇਹਦੀ ਵਾਰੀ ਆਈ ਲੈਣ ਵਿੱਚ ਲੱਗੇ ਦੀ। ਉਹ ਮਾਇਆ ਹੱਥ ਤੇ ਧਰ ਦਿੱਤੀ। ਉਹਨਾਂ ਨੇ ਮਾਇਆ ਹੱਥ ਵਿੱਚ ਧਰਤੀ ਤੇ ਕਹਿਣ ਲੱਗੇ, ਆਹ ਲਓ ਜੀ ਤੁਹਾਡੀ ਜਿਹੜੀ ਬਣਦੀ ਦਿਹਾੜੀ ਹੈ। ਉਹ ਬੰਦਾ ਬੜਾ ਗੁਰਮੁਖ ਸੀ, ਜਿਹੜਾ ਆਫੀਸਰ ਤਨਖਾਹ ਦੇ ਰਿਹਾ ਸੀ, ਮਤਲਬ ਉਹ ਦਿਹਾੜੀ ਦੇ ਰਿਹਾ ਸੀ। ਇਹ ਕਹਿੰਦਾ ਜੀ ਮੈਨੂੰ ਸਿਰਫ 4 ਟਕੇ ਹੀ ਚਾਹੀਦੇ ਨੇ। 4 ਟਕੇ, ਮੈਂ 4 ਪਹਿਰ ਤੁਹਾਡੇ ਘਰ ਕੰਮ ਕੀਤਾ, 4 ਟਕੇ ਚਾਹੀਦੇ ਨੇ, ਉਸ ਤੋਂ ਵੱਧ ਨਹੀਂ। ਵਾਪਸ ਕਰ ਦਿੱਤੇ ਬਾਕੀ। ਉਹ ਕਹਿਣ ਲੱਗਾ ਵੀ ਕੀ ਗੱਲ, ਕੋਈ ਗਲਤੀ ਹੋ ਗਈ? ਇਦਾਂ ਕਿਉਂ? ਤੂੰ ਪੈਸੇ ਵਾਪਸ ਕਿਉਂ ਕਰਦਾ? ਕਹਿਣ ਲੱਗਾ ਜੀ ਮੈਥੋਂ ਇਹ ਗਲਤੀ ਹੋ ਗਈ, ਚਲੋ ਧੱਕੇ ਨਾਲ ਤੁਸੀਂ ਲੈ ਕੇ ਆਂਦਾ ਮੈਨੂੰ, ਪਰ ਮੈਂ ਤੇ ਗੱਲ ਖੋਲ ਕੇ ਹੀ ਜਾਣਾ ਵੀ ਪਹਿਲਾਂ ਰੱਬ ਦੇ ਘਰ ਦੀ ਗੱਲ ਕਰਾਂਗਾ। ਆ 4 ਟਕੇ ਬਸ ਮੈਂ ਕੰਮ ਕੀਤਾ ਤੁਹਾਡੇ ਘਰ, ਇੰਨਾ ਹੀ ਕੀਤਾ, 4 ਟਕੇ ਹੀ ਲਵਾਂਗਾ, ਵੱਧ ਨਹੀਂ ਲਵਾਂਗਾ। ਉਹ ਬੜਾ ਹੈਰਾਨ ਹੋਇਆ, ਜਿਹੜਾ ਉਹ ਮੁਲਾਜ਼ਮ ਸੀ ਨਾ, ਬਹੁਤ ਹੈਰਾਨ ਹੋਇਆ। ਕਹਿੰਦਾ ਵੀ ਇਦਾਂ ਦਾ ਵੀ ਬੰਦਾ ਹੁੰਦਾ? ਉਹ ਕਹਿੰਦਾ ਵੀ ਇਹ ਗੱਲ ਕੀ, ਇੰਨਾ ਸਬਰ ਸੰਤੋਖ ਵਾਲਾ ਬੰਦਾ, ਸਾਰਾ ਦਿਨ ਕੰਮ ਕੀਤਾ, ਦੂਜੇ ਮਜ਼ਦੂਰਾਂ ਨੂੰ ਵੱਧ ਦਿਹਾੜੀ ਮਿਲੀ ਹੈ, ਤੂੰ ਕਹਿੰਦਾ 4 ਟਕੇ ਹੀ ਚਾਹੀਦੇ ਨੇ ਬਸ। ਕਹਿਣ ਲੱਗਾ ਹਾਂ ਜੀ ਮੈਂ 4 ਟਕੇ ਹੀ ਲੈਣਾ, ਇਸ ਤੋਂ ਵੱਧ ਨਹੀਂ ਲੈਂਦਾ। ਸ਼ਾਮ ਦਾ ਪ੍ਰਸ਼ਾਦਾ ਮੈਂ ਛਕ ਲੈਣਾ, ਸਵੇਰ ਦਾ ਫੇਰ ਛਕ ਲੈਣਾ, ਬਹੁਤ ਇੰਨਾ, ਹੋਰ ਕੀ ਕਰਨਾ ਮਾਇਆ ਜੋੜ ਕੇ। ਕਹਿੰਦਾ ਰੰਗ ਕਿੱਥੋਂ ਲੱਗਿਆ ਇਦਾਂ ਦਾ? ਇਦਾਂ ਦੀ ਗੱਲ ਭਾਵਨਾ ਆਈ ਕਿਵੇਂ? ਇਦਾਂ ਦੇ ਵਿਚਾਰ ਬਣੇ ਕਿਵੇਂ? ਤੇ ਫਿਰ ਉਹ ਦੱਸਦਾ ਹੈ, ਭਾਈ ਸੋਮਾ ਕਹਿੰਦਾ ਹੈ, ਮੈਨੂੰ ਰੱਬ ਦੇ ਫਕੀਰਾਂ ਐਸਾ ਰੰਗ ਚਾੜਿਆ, 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 ਰੱਬ ਦੇ ਫਕੀਰਾਂ ਐਸਾ ਰੰਗ ਚਾੜਿਆ, ਰੱਬ ਦੇ ਫਕੀਰਾਂ ਐਸਾ ਰੰਗ ਚਾੜਿਆ ਜੀ, ਮੈਨੂੰ ਰੱਬ ਦੇ ਫਕੀਰਾਂ ਐਸਾ ਰੰਗ ਚਾੜਿਆ, ਰੱਬ ਦੇ ਫਕੀਰਾਂ ਐਸਾ ਰੰਗ ਚਾੜਿਆ, ਮੈਨੂੰ ਰੱਬ ਦੇ ਫਕੀਰਾਂ ਐਸਾ ਰੰਗ ਚਾੜਿਆ, ਮੈਨੂੰ ਰੱਬ ਦੇ ਫਕੀਰਾਂ ਐਸਾ ਰੰਗ ਚਾੜਿਆ, ਰੱਬ ਦੇ ਫਕੀਰਾਂ ਐਸਾ ਰੰਗ ਚਾੜਿਆ, ਰੱਬ ਦੇ ਫਕੀਰਾਂ ਐਸਾ ਰੰਗ ਚਾੜਿਆ। ਕਹਿੰਦਾ ਆਏ ਸੀ ਮੇਰੇ ਘਰ ਗੁਰੂ ਨਾਨਕ ਸਾਹਿਬ ਮਹਾਰਾਜ, ਸਤਿਗੁਰੂ ਆਏ ਸੀ ਆਪ ਚੱਲ ਕੇ। ਉਹਨਾਂ ਦੀ ਸੰਗਤ ਦਾ ਅਸਰ ਹੋ ਗਿਆ। ਉਹਨਾਂ ਨੇ ਸਮਝਾਇਆ, ਓਏ ਬੰਦਿਆ, ਜੇ ਸੰਸਾਰ ਵਿੱਚ ਆ ਕੇ ਇਕੱਲਾ ਪੈਸਾ ਹੀ ਮੁੱਖ ਰੱਖ ਲਿਆ, ਫਿਰ ਤੇਰੇ ਮਨੁੱਖਾ ਜਨਮ ਦਾ ਫਾਇਦਾ ਕੀ ਹੋਇਆ? ਉਹ ਸਤਿਗੁਰੂ ਸਮਝਾਉਂਦੇ ਸੀ, ਮਾਨੁਖ ਜਨਮ ਦੁਲੰਭ ਹੈ, ਹੋਏ ਨਾ ਬਾਰ-ਬਾਰ, ਇਹ ਮਿਲਣਾ ਨਹੀਂ ਦੁਬਾਰਾ। ਬਾਰ-ਬਾਰ ਸਰੀਰ ਥੋੜਾ ਮਿਲਣਾ ਜਿਹੜਾ ਐਵੇਂ ਹੀ ਮਾਇਆ ਪਿੱਛੇ ਲੱਗ ਕੇ ਗਵਾ ਦਈ ਹੈ। ਉਹਨਾਂ ਸਮਝਾਇਆ ਮੈਨੂੰ, ਰੰਗ ਚਾੜਿਆ ਜੀ, ਮੈਨੂੰ ਰੰਗ ਚਾੜਿਆ, 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 ਰੰਗ ਚਾੜਿਆ ਐਸਾ ਰੰਗ ਚਾੜਿਆ, ਰੰਗ ਚਾੜਿਆ ਜੀ, ਮੈਨੂੰ ਰੰਗ ਚਾੜਿਆ, ਰੱਬ ਦੇ ਫਕੀਰਾਂ ਐਸਾ 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 ਰੰਗ ਚਾੜਿਆ, ਰੱਬ ਦੇ ਫਕੀਰਾਂ
ਫਕੀਰਾਂ ਐਸਾ ਰੰਗ ਚਾੜਿਆ, ਰੱਬ ਦੇ ਫਕੀਰਾਂ ਐਸਾ ਰੰਗ ਚਾੜਿਆ ਜੀ ਮੈਨੂੰ। ਰੱਬ ਦੇ ਫਕੀਰਾਂ ਐਸਾ ਰੰਗ ਚਾੜਿਆ ਮੈਨੂੰ, ਰੱਬ ਦੇ ਫਕੀਰਾਂ ਐਸਾ ਰੰਗ ਚਾੜਿਆ, ਰੰਗ ਚਾੜਿਆ, ਰੱਬ ਦੇ ਫਕੀਰਾਂ ਐਸਾ ਰੰਗ ਚਾੜਿਆ। ਗੁਰੂ ਨਾਨਕ ਦੀ ਕਿਰਪਾ ਹੋ ਗਈ, ਮਾਇਆ ਤੇ ਮੇਰੇ ਕੋਲ ਵੀ ਬੜੀ ਸੀ, ਕਿਸੇ ਗੱਲ ਦਾ ਘਾਟਾ ਨਹੀਂ ਸੀ। ਕਹਿੰਦਾ ਫਿਰ ਅੱਜ ਦਿਹਾੜੀਆਂ ਕਰਦਾ ਫਿਰਦਾ, ਕਹਿੰਦੇ ਗੁਰੂ ਨੇ ਸਮਝਾ ਦਿੱਤਾ ਓਏ ਕਰਨਾ ਕੀ ਹੈ ਇਸ ਮਾਇਆ ਦਾ ਜੇ ਕੰਮ ਹੀ ਨਾ ਆਈ। ਕਹਿੰਦਾ ਮੈਂ ਸਾਰੀ ਮਾਇਆ ਆਪਣੀ ਗਰੀਬਾਂ ਵਿੱਚ ਵੰਡ। ਹੈਰਾਨ ਹੋਇਆ, ਕੁਰਸੀ ਤੋਂ ਥੱਲੇ ਉਤਰ ਕੇ ਚਰਨਾਂ ਤੇ ਟਹਿ ਪਿਆ, ਕਹਿਣ ਲੱਗਾ ਐਸੀ ਕਿਰਪਾ, ਐਸੀ ਵਿਚਾਰ ਗੁਰੂ ਨਾਨਕ ਦੀ। ਧੰਨ ਹੈ ਗੁਰੂ ਨਾਨਕ, ਧੰਨ ਹੈ ਤੂੰ ਸਿੱਖਾ ਜਿਹੜਾ ਗੁਰੂ ਦਾ ਇੱਕ ਬਚਨ ਮੰਨ ਕੇ ਸਾਰੀ ਜ਼ਿੰਦਗੀ ਦੀ ਦੌਲਤ ਜਿਹਦੇ ਨਾਲ ਖਾ ਸਕਦਾ ਸੀ ਐਵੇਂ ਲੁਟਾਤੀ। ਕਹਿਣ ਲੱਗਾ ਵੀ ਮੈਥੋਂ ਗਲਤੀ ਹੋ ਗਈ, ਫਿਰ ਮੇਰੇ ਸਿਪਾਹੀਆਂ ਨੇ ਨਾ ਧੱਕੇ ਨਾਲ ਤੈਨੂੰ ਲੈ ਆਂਦਾ ਸਾਡਿਆਂ ਨੇ, ਇਹ ਮੇਰੀ ਗਲਤੀ ਹੈ। ਕਹਿੰਦਾ ਵੀ ਜੇ ਤੂੰ ਗਲਤੀ ਮੰਨਦਾ ਨਾ ਇਸ ਗੱਲ ਨੂੰ, ਦੇਖ ਮੈਂ ਤੈਨੂੰ ਕਰਤਾ ਮਾਫ ਪਰ ਇੱਕ ਸ਼ਰਤ ਤੇ। ਕਹਿੰਦਾ ਕੀ? ਕਹਿੰਦਾ ਵੀ ਅੱਜ ਮੈਂ ਤਾਂ ਰੱਬ ਦੀ ਗੱਲ ਕਰਦਾ ਹੁਣ, ਇੱਕ ਪਹਿਰ ਬੈਠ ਕੇ ਰੱਬ ਦੀ ਗੱਲ ਕਰਦਾ ਤੇ 4 ਪਹਿਰ ਮੈਂ ਕਰਦਾ ਦਿਹਾੜੀ। ਅੱਜ ਦਿਹਾੜੀ ਤੇ ਤੁਸੀਂ ਕਰਾ ਲਈ ਧੱਕੇ ਨਾਲ, ਪਰ ਜੇ ਤੂੰ ਗਲਤੀ ਮੰਨਦਾ ਇਹੀ ਸ਼ਰਤ ਹੈ ਵੀ ਆ ਮੇਰੇ ਨਾਲ ਬੈਠ ਕੇ ਰੱਬ ਦੀਆਂ ਗੱਲਾਂ ਕਰ। ਕਹਿਣ ਲੱਗਾ ਵੀ ਹੋਰ ਮੈਨੂੰ ਕੀ ਚਾਹੀਦਾ, ਹੋਰ ਚਾਹੀਦਾ ਕੀ ਹੈ? ਚਲੋ ਮਹਾਰਾਜ ਬੈਠ ਕੇ ਉਹਦੇ ਨਾਲ ਵਾਹਿਗੁਰੂ ਦਾ ਸਿਮਰਨ ਕੀਤਾ, ਗੱਲਾਂ ਬਾਤਾਂ ਕੀਤੀਆਂ ਰੱਬ ਦੇ ਘਰ ਦੀਆਂ। ਉਹ ਵੀ ਗੁਰੂ ਨਾਨਕ ਦਾ ਸਿੱਖ ਬਣ ਗਿਆ। ਉਹ ਕਹਿੰਦਾ ਬਖਸ਼ ਲੋ, ਕਹਿੰਦਾ ਮੈਂ ਨਹੀਂ ਬਖਸ਼ੂਗਾ ਗੁਰੂ ਨਾਨਕ, ਜਿਹਨੇ ਮੇਰੇ ਤੇ ਮਿਹਰ ਕੀਤੀ ਹੈ। ਮੈਂ ਵੀ ਮਾਇਆ ਧਾਰੀ ਸੀ, ਐਵੇਂ ਜ਼ਿੰਦਗੀ ਲੰਘ ਰਹੀ ਸੀ, ਇੰਨੇ ਸਾਲ ਜ਼ਿੰਦਗੀ ਦੇ ਐਵੇਂ ਬਤਾਤੇ, ਇੰਨੇ ਸਾਲ ਲੰਘੇ ਜ਼ਿੰਦਗੀ ਦੇ ਅਕਲ ਹੀ ਨਾ ਆਈ। ਜ਼ਿੰਦਗੀ ਜਿਉਣ ਦਾ ਢੰਗ ਦੱਸਿਆ ਗੁਰੂ ਨਾਨਕ ਨੇ। ਅੱਜ ਵੀ ਪਿਆਰਿਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਦੀ ਹੈ। ਚੱਜ ਜਿਹੜਾ ਜ਼ਿੰਦਗੀ ਜਿਉਣ ਦਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਦੇ ਨੇ, ਪਰ ਅਸੀਂ ਸਿੱਖਦੇ ਨਹੀਂ। ਅਸੀਂ ਕੇਵਲ ਮੱਥੇ ਟੇਕਣ ਤੱਕ ਸੀਮਤ ਰਹਿ ਗਏ, ਅਸੀਂ ਕੇਵਲ ਗੁਰੂ ਤੇ ਰਮਾਲੇ ਚੜਾਉਣ ਤੱਕ ਸੀਮਤ ਰਹਿ ਗਏ ਆ। ਗੁਰੂ ਸਾਹਿਬ ਤੇ ਸਾਨੂੰ ਢੰਗ ਦੱਸਦੇ ਨੇ ਜ਼ਿੰਦਗੀ ਜਿਉਣ ਦਾ। ਗੁਰਬਾਣੀ ਜ਼ਿੰਦਗੀ ਜਿਉਣ ਦਾ ਢੰਗ ਦੱਸਦੀ ਹੈ, ਤਰੀਕਾ, ਤੇ ਅਸੀਂ ਕੇਵਲ ਤੇ ਕੇਵਲ ਮੱਥਾ ਟੇਕ ਕੇ ਵਾਪਸ ਮੁੜ ਜਾਂਦੇ ਆ, ਨਾ ਕੁਝ ਖੱਟ ਕੇ ਜਾਣਾ, ਬਸ ਐਵੇਂ ਹੀ ਫਾਰਮੈਲਿਟੀ ਹੋ ਗਈ ਹੈ। ਚੱਜ ਜ਼ਿੰਦਗੀ ਜਿਉਣ ਵਾਲਾ ਜੇ ਨਾ ਆਇਆ ਕੀ ਫਾਇਦਾ ਬਾਣੀ ਪੜ੍ਹਨੇ ਦਾ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਜੀਵਨ ਵਿੱਚ ਕੱਲੀ ਮਾਇਆ ਨਾ ਅਪਣਾਓ। ਉਹ ਸਿੱਖ ਬਣਿਆ ਗੁਰੂ ਨਾਨਕ ਦਾ। ਇਸੇ ਤਰ੍ਹਾਂ ਹੁਣ ਇਹਦਾ ਜ਼ਿੰਦਗੀ ਨਿਰਵਾਹ ਚੱਲਦਾ। ਰੋਜ਼ ਜੇ ਕੋਈ ਕੰਮ ਤੇ ਲੈ ਕੇ ਜਾਂਦਾ ਹੈ ਤਾਂ ਬਸ ਉਹਦੇ ਨਾਲ ਇੱਕੋ ਹੀ ਗੱਲ ਖੋਲਦਾ ਹੈ ਵੀ ਮੈਂ ਤਾਂ ਰੱਬ ਦੇ ਘਰ ਦੀ ਗੱਲ ਕਰਨੀ ਹੈ, ਜੇ ਮੈਨੂੰ ਕੰਮ ਤੇ ਲੈ ਕੇ ਜਾਊਂ ਟਕੇ ਲਾਉਂ 4, ਬਸ ਇਸ ਤੋਂ ਵੱਧ ਨਹੀਂ। ਹੁਣ ਪਿਆਰਿਓ ਇੱਕ ਵਾਰ ਨਾ ਸਰਕਾਰੀ ਬੰਦਾ ਨਗਰ ਵਿੱਚ ਆਇਆ ਜੋ ਟੈਕਸ ਵਗੈਰਾ ਲੈ ਕੇ ਜਾਂਦਾ ਹੁੰਦਾ ਸੀ ਜ਼ਮੀਨਾਂ ਦੇ ਇਕੱਠੇ ਕਰਕੇ ਹੋਰ। ਤਾਂ ਉਹ ਨਗਰ ਵਿੱਚ ਆਇਆ, ਕਈ ਦਿਨ ਨਗਰ ਵਿੱਚ ਰਿਹਾ ਤੇ ਘਰੋਂ ਵਾਪਸ ਚਿੱਠੀ ਆ ਗਈ, ਕੋਈ ਮਜਬੂਰੀ ਬਣ ਗਈ। ਮਜਬੂਰੀ ਬਣ ਗਈ, ਚਿੱਠੀ ਆ ਗਈ ਘਰੋਂ ਵੀ ਜਲਦੀ ਵਾਪਸ ਆਓ। ਹੁਣ ਉਹਦੇ ਕੋਲ ਟੈਕਸ ਦਾ ਪੈਸਾ ਸੀ ਤਾਂ ਉਸਨੇ ਬਾਅਦ ਵਿੱਚ, ਕਾਫੀ ਸਮੇਂ ਦੀ ਗੱਲ ਹੈ ਨਾ ਬਾਅਦ ਦੀ, ਨਗਰ ਦਾ ਮੁਖੀ ਸੀ ਜੋ ਉਹਨੂੰ ਆਖਿਆ ਵੀ ਕੋਈ ਐਸਾ ਇਮਾਨਦਾਰ ਬੰਦਾ ਦਿਓ ਜਿਹੜਾ ਨਾਲੇ ਮੈਨੂੰ ਘਰ ਛੱਡ ਆਵੇ, ਸਮਾਨ ਚੁੱਕ ਕੇ, ਮੇਰੇ ਕੋਲ ਮਾਇਆ ਹੈ, ਨਾਲੇ ਮੇਰੀ ਰਾਖੀ ਕਰੇ ਮਾਇਆ ਦੀ, ਦੇ ਨਾਲੇ ਮੈਨੂੰ ਛੱਡ ਕੇ ਆਵੇ। ਉਦੋਂ ਸਾਧਨ ਨਹੀਂ ਸੀ ਹੁੰਦੇ, ਰਾਤ ਨੂੰ ਜਾਣਾ ਸੀ ਵਾਪਸ। ਉਹਨੇ ਵੇਖਿਆ ਵੀ ਨਗਰ ਵਿੱਚ ਇੱਕੋ ਹੀ ਇਮਾਨਦਾਰ ਐਸਾ ਬੰਦਾ ਹੈ ਜਿਹੜਾ ਇਹਦੀ ਮਾਇਆ ਨੂੰ ਸੁਰੱਖਿਅਤ ਇਹਦੇ ਘਰ ਪਹੁੰਚਾ ਸਕਦਾ ਹੈ। ਹੋਰ ਨੂੰ ਵੀ ਬਹੁਤਿਆਂ ਨੂੰ ਪੁੱਛਿਆ ਪਰ ਕੋਈ ਨਾ ਰਾਤ ਨੂੰ ਜਾਣ ਨੂੰ ਤਿਆਰ ਹੋਇਆ। ਤਾਂ ਸੋਮੇ ਕੋਲ ਚਲਾ ਗਿਆ, ਨਗਰ ਦਾ ਜਿਹੜਾ ਮੁਖੀ ਸੀ। ਕਹਿਣ ਲੱਗਾ ਭਾਈ ਸੋਮਾ ਜੀ, ਇੱਕ ਕੰਮ ਸੀ ਬਹੁਤ ਜ਼ਰੂਰੀ,
तेरे ते ही भरोसा है, होर किसी ते मैं भरोसा नहीं कर सकता। कहन लगा जी दसो। कहन लगे भी इदां करके अपने नगर विच सरकारी मुलाजम आए हुए ने, उन्हां नूं छड्ड के आउणा, उन्हां कोल है धन पदार्थ, टैक्स लैके जा रहे ने वापस, मजबूरी बन गई, जल्दी रात नूं ही जाना पैना। कहन लगा जी मैनू कोई दिक्कत नहीं है जाण विच, पर मेरी शर्त जिहड़ी है तुहानूं पता है। कहन लगे आ जाओ आपां गल कर लैंदे आ। उहदे कोल गए, जाके कहन लगे जी आ बंदा ले आंदा मैं, इहनूं ले जाओ नाल। कहंदे भी की पैसा लऊगा? वो कहंदा जी टके लऊँ 4 ही, 4 टके लेने ने, उस तो वध नहीं। कहन लगे भी रस्ता तो बड़ा लम्मा है, भार भी काफ़ी हो जू, पैदल जाना है, सिर्फ 4 टके? कहन लगा हाँ 4 टके लेने ने, पर मेरी शर्त जिहड़ी है वो ये है भी जा ते रब दे घर दी गल सुना दी, जा फिर सुन लई, यही शर्त है मेरी। वो कहंदा भी मैनू नहीं कुछ आउंदा। कहंदा फिर सुन लई। कहन लगा ठीक है चल जिवें मेरी मर्जी, तुरना ही है, जाना ही आपां, ते होर कोई बंदा ही नहीं मिलदा। तैयार हो गया, समान सिर ते चुक्की गंढ, तुरे जांदे ने रस्ते रस्ते। हुण वाहिगुरू दे घर दीयां गल्लां करदे करदे पहुंच गए। चलो हंगूरा भरी गया, ठीक है। कुछ गल्लां चंगियां भी लगियां। सारी जिंदगी वो भी माया धारी सी बंदा, सारी जिंदगी एवें ही लंघाई सी, माया धारी बंदा सी, सुनदा गया, चंगियां लगियां जी, सारा रस्ता पार हो गया। तकरीबन सवेर हो गई जांदे जांदे। वो गुरमुख प्यारा कहन लगा भाई साहब तुसी रुको, प्रशादा पानी छका के तोरांगे। चलो रुक गया। भाई सोमा साहब रुक गया, जल पानी छकिया, ते माया उन्हें बद देनी चाही। कहन लगा भी रस्ता बहुत लमेरा सी, सारी रात तुरे आए हैं, मेरी तो चलो मजबूरी सी भी तू माया होर ले ले। कहंदा ना जी टके तो 4 ही लेने हैं, कोई गल नहीं, फिर की है, मैं तो पेट च अन्न ही पाउणा, होर कुछ नहीं करना, होर मैनू माया चाहिदी नहीं। वो भी पुछदा, कहंदा भी इदां किरपा किवें हो गई, इन्ना ईमानदारी इन्नी ज़्यादा, ते माया भी बहुती नहीं लैनी। उन्होंने भी दसिया गुरु नानक साहब महाराज की किरपा हो गई, साधुआं की किरपा हो गई, सुत्ते भाग जाग पे, मैं भी तुहाडे वर्गा ही सी। कहन लगे हुण जल पानी छकाया, एक गल दसो भी सारी जिंदगी कोई चज दा काम, कोई चंगा काम, पुन धर्म वाला दान पुन कीता कदी? हुण सारी रात वो रब दीयां घर दीयां गल्लां सुणाउंदा आ रहा सी, तो इहदे मन विच भी थोड़ी लगन जड़ी बन गई सी। कहन लगा ना जी मैं तो बस आही काम है, टाइम ही नहीं है, समय ही नहीं बनता कदे भजन बंदगी वास्ते। कहन लगा फिर तो बहुत औखा होएगा, जिस दिन तू जाना है इत्थों जाएगा बड़ा औखा होएगा तू तो, जे सारी जिंदगी कोई पुन धर्म ही नहीं किया, फिर तो जमा दियां मारां सहनियां पैणगियां, बहुत औखा होएगा। डर गया। कहन लगा है इदां किवें? कहन लगे हाँ जे पुन धर्म नहीं किया, चंगा काम ही नहीं कोई किया, तो धर्म राजा फिर हिसाब तो मंगदा ही है, उत्थे चंगे माड़े कर्मां दा हिसाब तो हुंदा ही है, चंगियाइयां बुरियाइयां बाचा धर्म हदूर, लेखा जोखा तो होना ही है ना, फिर उत्थे की जवाब देगा? कहन लगा जी इदां गल है। कहन लगा हाँ मेरे गुरु नानक साहब पातशाह मेरे घर आए सन, किन्ने दिन रहे, उन्होंने ही दसिया आ चज आ ढंग तरीका, उन्होंने दसिया, माया मेरे कोल भी बड़ी सी, सारी जिंदगी मैं भी कोई चंगा काम नहीं सी कीता, पर जदों दा किरपा हो गई ना गुरु नानक पातशाह दी, उस तो बाद सब कुछ छड्ड के बस आ काम है हुण मेरा, दिहाड़ी करदा, टके 4 लेना, ते रब दी घर दी गल करदा भी चलो नाले अन्न पानी छकण वास्ते माया मिल जाती है, ते रब दे घर दी गल भी हो जाती है, बंदगी भी हो जाती है। वो बड़ा हैरान होया गल्लां सुन के, कहन लगा भी इदां भी हो सकदा है? कहन लगे हाँ हुण तूं जे कोई बंदगी धर्म पुन नहीं कीता कोई, ते फिर जीवन जिहड़ा है बेअर्थ चला गया, किसे काम ना आउणा, एवें ही थोड़ा जीवन मिले।
ਚੱਜ ਸਿੱਖੀਏ ਜ਼ਿੰਦਗੀ ਜਿਉਣ ਦਾ। ਕੱਲੀ ਮਾਇਆ ਹੀ ਨਹੀਂ, ਦੁਨੀਆਦਾਰੀ, ਧਾਰਮਿਕ ਪੱਖ ਜਿਹੜਾ ਹੈ, ਸਮਾਜਿਕ ਪੱਖ ਜਿਹੜਾ ਹੈ, ਉਹਦੇ ਬਾਰੇ ਵੀ ਕੋਈ ਖਿਆਲ ਰੱਖਣਾ ਚਾਹੀਦਾ ਹੈ। ਇਸ ਕਰਕੇ ਪਿਆਰਿਓ, ਆਪੋ ਆਪਣੇ ਮਨਾਂ ਵਿੱਚ ਝਾਤੀ ਮਾਰ ਲੈਣੀ ਚਾਹੀਦੀ ਹੈ। ਸਤਿਗੁਰੂ ਨਾਨਕ ਸਾਹਿਬ ਨੇ ਇਹੋ ਹੀ ਤੇ ਸਿਖਾਇਆ ਹੈ। ਜੇ ਜ਼ਿੰਦਗੀ ਵਿੱਚ ਆ ਕੇ ਕੇਵਲ ਆਪਣੇ ਬੱਚਿਆਂ ਵਾਸਤੇ, ਪਰਿਵਾਰ ਵਾਸਤੇ, ਘਰ-ਬਾਰ ਵਾਸਤੇ ਜੀਵਨ ਬਿਤਾ ਦਿੱਤਾ, ਉਹ ਤੇ ਫਿਰ ਸਾਰੇ ਡੰਗਰ, ਪਸ਼ੂ ਪੰਛੀ ਸਾਰੇ ਕਰਦੇ ਨੇ ਆਪਣੇ ਬੱਚਿਆਂ ਲਈ। ਨਿੱਕੇ ਨਿੱਕੇ ਜਾਨਵਰ, ਪੰਛੀ ਕਿੰਨੇ ਸੋਹਣੇ ਆਲਣੇ ਬਣਾ ਲੈਂਦੇ ਨੇ। ਬੰਦੇ ਵਿੱਚ ਤੇ ਪੰਛੀ ਵਿੱਚ ਫਿਰ ਫਰਕ ਕੀ ਰਹਿ ਗਿਆ? ਸਾਰੇ ਕਰਦੇ ਨੇ ਬੱਚਿਆਂ ਵਾਸਤੇ। ਕੋਈ ਚੱਜ ਦਾ ਕੰਮ, ਕੋਈ ਧਰਮ ਦਾ ਕੰਮ, ਕੋਈ ਦਾਨ ਪੁੰਨ ਕਹਿਣ ਲੱਗਾ ਨਹੀਂ ਕੀਤਾ। ਸਾਰੀ ਜ਼ਿੰਦਗੀ ਕਹਿਣ ਲੱਗਾ ਹਾਂ ਕੁਝ ਨਹੀਂ ਕੀਤਾ। ਫਿਰ ਲੇਖਾ ਜੋਖਾ ਤੇ ਹੋਏਗਾ ਨਾ, ਉੱਥੇ ਕੀ ਜਵਾਬ ਦੇਗਾ? ਹੁਣ ਧਰਮ ਦੁਆਰੇ ਬਈ, ਇੱਕ ਦਿਨ ਹੁਣ ਧਰਮ ਦੁਆਰੇ, ਲੇਖਾ ਤੇਰਿਆ ਕਰਮਾਂ ਦਾ, ਲੇਖਾ ਤੇਰਿਆ ਕਰਮਾਂ ਦਾ। ਹੁਣ ਧਰਮ ਦੁਆਰੇ, ਲੇਖਾ ਤੇਰੇ ਕਰਮਾਂ ਦਾ, ਲੇਖਾ ਤੇਰੇ ਕਰਮਾਂ ਦਾ। ਹੁਣ ਧਰਮ ਦੁਆਰੇ, ਲੇਖਾ ਤੇਰੇ ਕਰਮਾਂ ਦਾ, ਲੇਖਾ ਤੇਰੇ ਕਰਮਾਂ ਦਾ। ਇੱਕ ਦਿਨ ਹੁਣ ਧਰਮ ਦੁਆਰੇ, ਹੁਣ ਧਰਮ ਦੁਆਰੇ ਬਈ, ਲੇਖਾ ਤੇਰਿਆਂ ਕਰਮਾਂ ਦਾ, ਲੇਖਾ ਤੇਰਿਆਂ ਕਰਮਾਂ ਦਾ। ਲੇਖਾ ਤੇਰਿਆਂ ਕਰਮਾਂ ਦਾ, ਲੇਖਾ ਤੇਰਿਆਂ ਕਰਮਾਂ ਦਾ। ਹੁਣ ਧਰਮ ਦੁਆਰੇ, ਲੇਖਾ ਤੇਰਿਆਂ ਕਰਮਾਂ ਦਾ, ਲੇਖਾ ਤੇਰਿਆਂ ਕਰਮਾਂ ਦਾ। ਲੇਖਾ ਤੇਰਿਆਂ ਕਰਮਾਂ ਦਾ, ਲੇਖਾ ਤੇਰਿਆਂ ਕਰਮਾਂ ਦਾ, ਲੇਖਾ ਤੇਰਿਆਂ ਕਰਮਾਂ ਦਾ, ਲੇਖਾ ਤੇਰਿਆਂ ਕਰਮਾਂ ਦਾ। ਇੱਕ ਦਿਨ ਹੁਣ ਧਰਮ ਦੁਆਰੇ, ਇੱਕ ਦਿਨ ਹੁਣ ਧਰਮ ਦੁਆਰੇ ਦੀ, ਲੇਖਾ ਤੇਰਿਆਂ ਕਰਮਾਂ ਦਾ, ਲੇਖਾ ਤੇਰਿਆਂ ਕਰਮਾਂ ਦਾ। ਹੁਣ ਧਰਮ ਦੁਆਰੇ, ਲੇਖਾ ਤੇਰਿਆਂ ਕਰਮਾਂ ਦਾ, ਲੇਖਾ ਤੇਰਿਆਂ ਕਰਮਾਂ ਦਾ। ਹੁਣ ਧਰਮ ਦੁਆਰੇ, ਲੇਖਾ ਤੇਰਿਆਂ ਕਰਮਾਂ ਦਾ, ਲੇਖਾ ਤੇਰਿਆਂ ਕਰਮਾਂ ਦਾ। ਕਹਿੰਦਾ ਪਿਆਰਿਆ, ਲੇਖਾ ਹੋਣਾ ਉੱਥੇ ਚੰਗਿਆਈਆਂ ਬੁਰਿਆਈਆਂ, ਬਾਚਾ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਉੱਥੇ ਤੇ ਸਭ ਦੇ ਕਰਮ ਦੇਖੇ ਜਾਣਗੇ, ਸਭ ਦੇ। ਪੈਸਾ ਨਹੀਂ ਵੇਖਿਆ ਜਾਣਾ, ਆ ਸ਼ਾਹੂਕਾਰਤਾ ਨਹੀਂ ਵੇਖੀ ਜਾਣੀ, ਜਾਤਾਂ ਪਾਤਾਂ ਦਾ ਵੀ ਰੌਲਾ ਝਗੜਾ ਉੱਥੇ ਨਹੀਂ ਹੈ। ਉੱਥੇ ਤੇ ਕਰਮਾਂ ਦਾ ਹਿਸਾਬ ਹੋਣਾ ਨਾ। ਉੱਥੇ ਤੇ ਅਮਲਾਂ ਦੇ ਨਵੇੜੇ ਹੋਣਗੇ। ਆਓ ਆਪਾਂ ਪਹਿਲਾਂ ਵੀ ਪੜ੍ਹਦੇ ਹੁੰਦੇ, ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਹੀਂ ਤੇਰੀ ਜਾਤ ਪੁੱਛ। ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਹੀਂ ਤੇਰੀ ਜਾਤ ਪੁੱਛਣੀ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਤੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਤੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਹੀਂ ਤੇਰੀ ਜਾਤ ਪੁੱਛਣੀ। ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਹੀਂ
ਜਾਤ ਪੁੱਛਣੀ ਉਤੇ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਉਤੇ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਉਤੇ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਜਦੋਂ ਅਮਲਾਂ ਦੀ ਖੁੱਲਣਾ ਕਿਤਾਬ ਨੇ 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 ਦੇਖੇ ਜਾਣੇ ਫਿਰ ਸਭ ਦੇ ਹਿਸਾਬ 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 ਨੇ ਸਭ ਮੁੱਕ ਜਾਣੇ ਝਗੜੇ ਚਿਹੜੇ ਕਿਸੇ ਨਹੀਂ ਤੇਰੀ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਤੇ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਤੇ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਕਹਿੰਦੇ ਅਮਲਾਂ ਦੇ ਨਵੇੜੇ ਹੋਣਗੇ ਉੱਥੇ ਜਾਤ ਗੋਤ ਪੈਸਾ ਸ਼ਾਹੂਕਾਰਤਾ ਅਹੁਦੇ ਇਹ ਕਿਸੇ ਨਹੀਂ ਵੇਖਣੇ ਕਿਉਂਕਿ ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਵੇਂ ਜਿਨ ਕੀ ਲੇਖੇ ਪੱਤ ਪਵੈ ਚੰਗੇ ਸਹੀ ਉੱਥੇ ਤੇ ਮਾਣ ਉਹਨਾਂ ਨੂੰ ਵਡਿਆਈ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਕਰਮ ਚੰਗੇ ਹੋਣ ਉਹਨੇ ਹੱਥ ਜੋੜ ਲਏ ਕਹਿਣ ਲੱਗਾ ਫਿਰ ਮਹਾਤਮਾ ਜੀ ਕਰ ਦਿਓ ਕਿਰਪਾ ਸਾਰੀ ਜ਼ਿੰਦਗੀ ਬੁਰੇ ਕਰਮ ਕਾਲੇ ਕਰਮ ਹੀ ਕੀਤੇ ਨੇ ਚਿੱਟਾ ਤੇ ਕੋਈ ਕੀਤਾ ਹੀ ਨਹੀਂ ਮਿਹਰ ਕਰ ਦਿਓ ਬਖਸ਼ਿਆ ਜਾਵਾਂ ਕਹਿਣ ਲੱਗੇ ਬਖਸ਼ਣ ਵਾਲਾ ਤੇ ਗੁਰੂ ਨਾਨਕ ਪਾਤਸ਼ਾਹ ਹੈ ਜਿਹੜਾ ਸਭਨਾਂ ਨੂੰ ਬਖਸ਼ਦਾ ਮੈਂ ਤੇ ਕੌਣ ਆ ਮੈਂ ਤੇ ਆਪ ਤੇਰੇ ਵਰਗਾ ਮੈਂ ਵੀ ਸਾਰੀ ਜ਼ਿੰਦਗੀ ਪਾਪ ਕਰਮ ਹੀ ਕੀਤੇ ਸਨ ਮਿਹਰ ਹੋ ਗਈ ਸਾਧੂਆਂ ਦੀ ਫਕੀਰਾਂ ਦੀ ਉਹਨਾਂ ਨੇ ਜੀਵਨ ਜਿਉਣ ਦਾ ਤਰੀਕਾ ਦੱਸ ਦਿੱਤਾ ਢੰਗ ਦੱਸ ਦਿੱਤਾ ਤਾਂ ਕਰਕੇ ਤੇ ਫਿਰ ਮੈਂ ਹੁਣ ਦਿਹਾੜੀ ਕਰਦਾ ਉਹ ਵੀ ਹੱਕ ਦੀ ਪੈਸੇ ਲੈ ਕੇ ਅੰਨ ਪਾਣੀ ਜੋਗੇ ਲੈ ਕੇ ਮੈਂ ਮੁੜ ਕੇ ਰੱਬ ਦੇ ਘਰ ਦੀ ਗੱਲ ਕਰਦਾ ਵੀ ਨਾਲੇ ਕੰਮ ਹੋਈ ਜਾਂਦਾ ਕਿਰਤ ਹੈ ਨਾਲੇ ਬੰਦਗੀ ਹੋਈ ਜਾਂਦੀ ਹੈ ਕਹਿਣ ਲੱਗਾ ਵੀ ਹੁਣ ਕਹਿਣ ਲੱਗਾ ਵੀ ਇੱਕ ਗੱਲ ਤੈਨੂੰ ਦੱਸਣ ਲੱਗਾ ਸਤਿਗੁਰੂ ਨੇ ਮਿਹਰ ਕੀਤੀ ਹੈ ਵੀ ਤੇਰੇ ਨਾ ਥੋੜੇ ਦਿਨ ਰਹਿ ਗਏ ਨੇ ਬਸ ਇਹ ਲਾਲਾ ਵੀ ਇੱਕ ਹਫ਼ਤਾ ਕੋ ਰਹਿ ਗਿਆ ਤੈਂ ਚੜ੍ਹਾਈ ਕਰ ਜਾਣਾ ਪੀਲਾ ਪੈ ਗਿਆ ਉਹ ਸ਼ਾਹੂਕਾਰ ਦਾ ਮਰ ਜਾਣਾ ਤੈਂ ਹਫ਼ਤਾ ਕ ਰਹਿ ਗਿਆ ਤੈਨੂੰ ਕਿੱਦਾਂ ਪਤਾ ਕਹਿੰਦਾ ਬਸ ਆ ਭਜਨ ਬੰਦਗੀ ਸਤਿਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ ਤੈਨੂੰ ਮੈਂ ਦੱਸਦਾ ਮੰਨਣਾ ਨਾ ਮੰਨਣਾ ਮਰਜ਼ੀ ਤੇਰੀ ਕਹਿਣ ਲੱਗਾ ਫਿਰ ਹੁਣ ਕੀ ਕਰਾਂ ਬਸ ਹੁਣ ਤਾਂ ਲੇਖੇ ਲਾ ਦੇ ਮਾਲਕ ਛੱਡ ਦੇ ਹੁਣ ਦੁਨੀਆ ਵਾਲੀ ਮੌਜ ਹੁਣ ਛੱਡ ਦੇ ਸਭ ਕੁਝ ਇੱਕ ਹਫ਼ਤਾ ਕੋ ਰਹਿ ਗਿਆ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਨੂੰ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਨੂੰ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਛੱਡ ਦੇ ਦੁਨੀਆ ਵਾਲੀ ਮੌਜ ਨੂੰ 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 ਛੱਡ ਦੁਨੀਆ ਵਾਲੀ ਮੌਜ ਨੂੰ
ਛੱਡ ਦੇ ਦੁਨੀਆ ਵਾਲੀ ਮੌਜ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਨੂੰ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਲੇਖੇ ਲਾ ਸਰੀਰ ਨੂੰ ਲੇਖੇ ਲਾ ਸਰੀਰ ਨੂੰ ਲੇਖਲਾ ਸਰੀਰ ਨੂੰ ਲੇਖਲਾ ਸਰੀਰ ਨੂੰ ਲੇਖਲਾ ਸਰੀਰ ਨੂੰ ਲੇਖਲਾ ਸਰੀਰ ਨੂੰ ਹਾਂ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਨੂੰ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਨੂੰ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਛੱਡ ਦੇ ਮਨਾ ਛੱਡ ਦੇ ਦੁਨੀਆ ਵਾਲੀ ਮੌਜ ਬਸ ਕਹਿੰਦੇ ਹੁਣ ਦੁਨੀਆ ਵਾਲੀ ਮੌਜ ਤਿਆਗ ਦੇ ਕੇਵਲ ਬੰਦਗੀ ਕਰਿਆ ਕਰ ਹੁਣ ਕੀ ਕਰ ਲੇਗਾ ਹਫਤੇ 'ਚ ਉਹ ਕਹਿੰਦਾ ਫਿਰ ਸਾਰੀ ਜ਼ਿੰਦਗੀ ਤੇ ਪਾਪ ਕੀਤੇ ਨੇ ਇੱਕ ਹਫਤਾ ਬੰਦਗੀ ਕਰਕੇ ਵੀ ਕੀ ਕਰ ਲਵਾਂਗਾ ਕਹਿਣ ਲੱਗਾ ਮੇਰੀ ਗੱਲ ਸੁਣ ਲੈ ਪਰਮਾਤਮਾ ਵਾਹਿਗੁਰੂ ਦਾ ਨਾਮ ਸਮੁੰਦਰ ਹੈ ਤੇ ਸਾਡੇ ਇੱਕ ਬੰਦੇ ਦੇ ਪਾਪ ਕਰਮ ਕਿੰਨੇ ਕਿ ਇੱਕ ਜਹਾਜ਼ ਦੀ ਤਰ੍ਹਾਂ ਹੋਣਗੇ ਲੱਖਾਂ ਜਹਾਜ਼ ਤਰ ਜਾਂਦੇ ਨੇ ਲੱਖਾਂ ਜਹਾਜ਼ ਡੁੱਬ ਸਕਦੇ ਨੇ ਸਮੁੰਦਰ ਦੀ ਗਹਿਰਾਈ ਨੂੰ ਫਰਕ ਨਹੀਂ ਪੈਂਦਾ ਓਏ ਵਾਹਿਗੁਰੂ ਦਾ ਨਾਮ ਇੱਕ ਵਾਰੀ ਵੀ ਆਖੀਏ ਨਾ ਲੱਖਾਂ ਪਾਪ ਦਾ ਨਿਸਤਾਰਾ ਹੋ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਲੱਖਾਂ ਪਾਪ ਕੱਟੇ ਜਾਂਦੇ ਨੇ ਇੱਕ ਵਾਰ ਵਾਹਿਗੁਰੂ ਆਖੀਏ ਕਹਿੰਦੇ ਹਵਤਾ ਤੇਰੇ ਕੋਲ ਹੈ ਭਜਨ ਬੰਦਗੀ ਕਰ ਲੈ ਬਖਸ਼ਿਆ ਜਾਵੇਗਾ ਤੇ ਦੂਸਰਾ ਤਰੀਕਾ ਤੈਨੂੰ ਮੈਂ ਦੱਸਦਾ ਹੁਣ ਜਦੋਂ ਹਿਸਾਬ ਕਿਤਾਬ ਹੋਣਗੇ ਸਾਰੀ ਜ਼ਿੰਦਗੀ ਤੇ ਕਾਲੇ ਕਰਮ ਨੇ ਪਾਪ ਕਰਮ ਨੇ ਕਿਉਂਕਿ ਮਾਇਆ ਵਾਲੇ ਜਿਹੜੇ ਨੇ ਉਹ ਪਾਪ ਹੀ ਨੇ ਪਾਪਾਂ ਬਾਝੋਂ ਹੋਵੇ ਨਹੀਂ ਮੋਇਆ ਸਾਥ ਨਾ ਜਾਈ ਗੁਰਬਾਣੀ ਦਾ ਵਚਨ ਹੈ ਕਹਿੰਦੇ ਮਾਇਆ ਨਾ ਜਿਹੜੀ ਪੈਸਾ ਜ਼ਿਆਦਾਤਰ ਹੱਕ ਸੱਚ ਦਾ ਵੀ ਹੋ ਸਕਦਾ ਕੋਈ ਸੱਚ ਨਹੀਂ ਪਰ ਜਿਹੜੀ ਬਹੁਤੀ ਜ਼ਿਆਦਾ ਹੋ ਜਾਂਦੀ ਹੈ ਉਹ ਪਿਆਰਿਓ ਪਾਪਾਂ ਬਾਝੋਂ ਹੋਵੇ ਨਹੀਂ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ ਸਤਿਗੁਰੂ ਕਹਿੰਦੇ ਉਹ ਗੁਰਮੁਖ ਪਿਆਰਾ ਕਹਿੰਦਾ ਇੱਕ ਤਰੀਕਾ ਮੈਂ ਦੱਸ ਦਿੰਦਾ ਵੀ ਜਦੋਂ ਧਰਮ ਰਾਜਾ ਬਾਣੀਆਂ ਜਿਹੜਾ ਹਿਸਾਬ ਕਿਤਾਬ ਰੱਖਦਾ ਉਹ ਪੁੱਛੂਗਾ ਵੀ ਦੱਸ ਫਿਰ ਹੁਣ ਪਹਿਲਾਂ ਜਾਣਾ ਆ ਜਿਹੜਾ ਤੂੰ ਕੀਤਾ ਨਾ ਹੁਣ 7-8 ਦਿਨ ਤੇਰੇ ਇਹ ਹੋ ਜਾਣਗੇ ਬਾਕੀ ਤੂੰ ਕੱਲ ਮੇਰੇ ਨਾਲ ਆਇਆ ਸੀ ਇਹ ਘੜੀਆਂ ਵੀ ਤੇਰੀਆਂ ਲਿਖੀਆਂ ਜਾਣਗੀਆਂ ਕਿਉਂਕਿ ਵਾਹਿਗੁਰੂ ਇੱਕ ਇੱਕ ਪਲ ਦਾ ਹਿਸਾਬ ਦਿੰਦਾ ਸਾਨੂੰ ਇਹ ਘੜੀਆਂ ਵੀ ਤੇਰੀਆਂ ਚੰਗੀਆਂ ਲਿਖੀਆਂ ਜਾਣੀਆਂ ਨੇ ਫਲ ਤੈਨੂੰ ਇਹਨਾਂ ਦਾ ਵੀ ਮਿਲੂ ਪਹਿਲਾਂ ਲੈ ਲਵੀਂ ਜਦੋਂ ਸੱਚਖੰਡ ਚਲਾ ਜਾਵੇਗਾ ਉੱਥੇ ਧਰਮ ਰਾਜੇ ਦਾ ਜ਼ੋਰ ਨਹੀਂ ਚੱਲਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉੱਥੇ ਤੇ ਫਿਰ ਸਾਧੂ ਹੀ ਸਾਧੂ ਨੇ ਰੱਬ ਦੇ ਪਿਆਰੇ ਨੇ ਤਰੀਕਾ ਦੱਸ ਦਿੱਤਾ ਉੱਥੇ ਆ ਜੀ ਫਿਰ ਮੁੜ ਕੇ ਕਿਹਨੇ ਪੁੱਛਣਾ ਧਰਮ ਰਾਜਾ ਨਹੀਂ ਉੱਥੇ ਜਾ ਸਕਦਾ ਉਹਦੇ ਜਮਦੂਤ ਨਹੀਂ ਜਾ ਸਕਦੇ ਕਹਿਣ ਲੱਗਾ ਸਤ ਵਚਨ ਮਹਾਰਾਜ ਗੱਲ ਮੰਨੀ ਮੁੜ ਕੇ ਫਿਰ ਕਹਿੰਦਾ ਵੀ ਬਸ ਹੁਣ ਜਿਹੜੀ ਮਾਇਆ ਆਪਣੀ ਉਹ ਸਾਹਮੋ ਪਰਿਵਾਰ ਵਾਲਿਆਂ ਨੂੰ ਕਹਿੰਦਾ ਮੈਨੂੰ ਨਾ ਅੱਜ ਤੋਂ ਬਾਅਦ ਬੁਲਾਇਓ ਆਪਣੀ ਮਰਜ਼ੀ ਨਾਲ ਮੈਂ ਬੰਦਗੀ ਭਜਨ ਕਰਾਂਗਾ ਜੇ ਕੋਈ ਛਕਣਾ ਹੋਊ ਮੈਂ ਆਪੇ ਮੰਗ ਲੂ ਮੈਨੂੰ ਨਾ ਸਤਾਇਓ ਬਹਿ ਗਿਆ ਬੰਦਗੀ ਵਿੱਚ 7-8 ਦਿਨ ਲੰਘੇ ਅਕਾਲ ਚਲਾਣਾ ਕਰ ਗਿਆ ਹੁਣ ਪਿਆਰਿਓ ਜਦੋਂ ਕਹਿੰਦੇ ਗਿਆ ਨਾ ਅੱਗੇ ਹਿਸਾਬ ਕਿਤਾਬ ਤੇ ਹੋਣਾ ਹੀ ਸੀ ਹੋਇਆ ਧਰਮਰਾਜ ਕਹਿੰਦਾ ਵੀ ਦੱਸ ਵੀ ਥੋੜਾ ਜਿਹਾ ਸਮਾਂ ਬਾਕੀ ਤਾਂ ਪਾਪ ਹੀ ਕੀਤੇ ਆ ਆ ਥੋੜਾ ਜਿਹਾ ਸਮਾਂ ਤੇਰਾ ਨਿਕਲਦਾ ਹੈ ਪਹਿਲਾਂ ਜਾਣਾ ਕਿ ਬਾਅਦ ਚ ਭੋਗੇਗਾ ਸੱਚਖੰਡ ਬਾਅਦ ਚ ਭੋਗਣਾ ਕਿ ਪਹਿਲਾਂ ਕਹਿੰਦਾ ਜੀ ਪਹਿਲਾਂ ਯਾਦ ਆ ਗਈ ਗੱਲ ਆਖੀ ਹੋਈ ਕਹਿੰਦਾ ਪਹਿਲਾਂ ਹੀ ਦੇ ਦਿਓ ਕਹਿੰਦੇ ਜਾਓ ਵੀ ਛੱਡਾਓ ਹੁਣ ਗਿਆ ਜਦੋਂ ਅੱਗੇ ਗੁਰਮੁਖ ਵੀ ਚੜਾਈ ਕਰ ਗਿਆ ਸੀ ਅੱਗੋਂ ਮਿਲ ਪਿਆ
ਜਿੰਨਾ ਕੁ ਸਮਾਂ ਮਿਲਿਆ ਸੀ ਕਹਿੰਦਾ ਜੀ ਹੁਣ ਕਹਿੰਦਾ ਬਸ ਹੁਣ ਬੈਠਾ ਰਹਿ ਕਰ ਭਜਨ ਬੰਦਗੀ। ਸੋ ਪਿਆਰਿਓ ਅਕਲੀ ਸਾਹਿਬ ਸੇਵੀ ਹੈ, ਅਕਲੀ ਕੀਜੈ ਦਾਨ। ਗੁਰੂ ਨਾਨਕ ਸਾਹਿਬ ਦਾ ਇਹ ਬਚਨ ਹੈ। ਉਹ ਗੁਰਮੁਖ ਪਿਆਰਾ ਤਰ ਗਿਆ, ਤਰ ਆਪਾਂ ਵੀ ਜਾਣਾ ਹੈ ਜੇ ਗੁਰਬਾਣੀ ਦੇ ਅਨੁਸਾਰ ਜੀਵਨ ਜਿਉਇਆ। ਜੇ ਕੇਵਲ ਪਰਿਵਾਰ ਵਾਸਤੇ ਮਾਇਆ ਇਕੱਠੀ ਕਰਨ ਵਾਸਤੇ ਜਿਉਂਦੇ ਰਹੇ, ਚੱਜ ਦੇ ਨਾਲ ਪੁੰਨ ਧਰਮ ਕੋਈ ਨਾ ਕੀਤਾ ਤਾਂ ਪਿਆਰਿਓ ਲੇਖਾ ਤੇ ਫਿਰ ਸਭ ਦਾ ਹੀ ਹੋਣਾ ਹੈ। ਇਸ ਕਰਕੇ ਜਿੰਨਾ ਵੀ ਹੋ ਸਕਦਾ, ਜ਼ਰੂਰੀ ਨਹੀਂ ਹਜ਼ਾਰਾਂ ਰੁਪਈਆਂ ਵਿੱਚ ਖਰਚਾ ਕਰੋਗੇ ਤਾਂ ਪੁੰਨ ਧਰਮ ਹੈ। ਚਾਹੇ ਕਿਸੇ ਦੀ ਥੋੜੀ ਬਹੁਤੀ ਮਦਦ, ਕਿਸੇ ਨੂੰ ਇੱਕ ਟਾਈਮ ਦਾ ਪ੍ਰਸ਼ਾਦਾ ਹੀ ਛਕਾਇਆ ਕਰੋ ਸ਼ਰਧਾ ਭਾਵਨਾ ਦੇ ਨਾਲ। ਪਰ ਭੁੱਖੇ ਨੂੰ ਇਹ ਨਾ ਹੋਵੇ ਵੀ ਕੋਈ ਦੇਖਿਆ ਚੋਲੇ ਵਾਲਾ ਮੇਰੇ ਵਰਗਾ ਦੇ ਲਓ ਜੀ 100 ਰੁਪਿਆ, ਕਈ ਵਾਰੀ 500, ਅਗਲਾ ਮੁੜ ਕੇ ਜਾ ਕੇ ਆ ਜੋਗੀ ਜੇ ਬਣ ਕੇ ਆ ਜਾਂਦੇ ਨੇ, ਠੇਕਿਆਂ ਤੇ ਖੜੇ ਹੁੰਦੇ ਨੇ, ਮੁੜ ਕੇ ਉਹ ਨਹੀਂ ਲੱਗਣਾ। ਇਹ ਧਿਆਨ ਜ਼ਰੂਰ ਰੱਖਣਾ ਚੰਗੀ ਥਾਂ ਤੇ ਜਿੱਥੇ ਲੱਗ ਰਿਹਾ ਹੈ ਸਹੀ ਪੈਸਾ, ਜਿੱਥੇ ਅਗਲੇ ਨੂੰ ਲੋੜ ਹੈ ਉੱਥੇ ਦਾਨ ਪੁੰਨ ਕਰੋ। ਸਤਿਗੁਰੂ ਦੀ ਦਰਗਾਹ ਵਿੱਚ ਹਰਾ ਹੋਏਗਾ, ਸਤਿਗੁਰੂ ਖੁਸ਼ੀਆਂ ਨਾਲ ਝੋਲੀਆਂ ਭਰ ਦੇਣਗੇ। ਸੋ ਆਓ, ਤਕਰੀਬਨ 10 ਤੋਂ ਉੱਪਰ ਸਮਾਂ ਹੋ ਚੱਲਾ। ਬਹੁਤ ਕੰਮ ਹੁੰਦੇ ਨੇ ਜ਼ਿੰਦਗੀ ਵਿੱਚ, ਬਹੁਤ ਬਿਜੀ ਲਾਈਫ ਹੈ ਅੱਜ ਕੱਲ ਦੀ। ਸੋ ਗੁਰਮੁਖ ਪਰਿਵਾਰ ਭਾਈ ਲੀਲਾ ਸਿੰਘ ਜੀ ਸੁਪੁੱਤਰ ਸਰਦਾਰ ਗੁਰਬਖਸ਼ ਸਿੰਘ ਦੇ, ਉਹਨਾਂ ਦਾ ਸੁਪੁੱਤਰ ਭੀਮ ਸਿੰਘ ਤੇ ਬੱਚੇ ਨੇ, ਸਾਰੇ ਪਰਿਵਾਰ ਨੇ ਪਿਛਲੇ ਕਈ ਦਿਨਾਂ ਤੋਂ ਲੈ ਕੇ ਧੁਰਕੀ ਬਾਣੀ ਦੇ ਓਟ ਆਸਰੇ ਲਏ ਨੇ, ਸਹਿਜ ਪਾਠ ਪ੍ਰਕਾਸ਼ ਕਰਵਾਏ ਸਨ, ਜਿਨ੍ਹਾਂ ਦੀ ਬਾਣੀ ਦੇ ਸੰਪੂਰਨ ਭੋਗ ਪਾਏ ਜਾ ਚੁੱਕੇ ਨੇ। ਉਪਰੰਤ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀ ਐ, ਲਾਏ ਧਿਆਨਾਂ ਦੇ ਮਹਾਂਬਾਕਾਂ ਅਨੁਸਾਰ ਹਰੀ ਜਸ ਕੀਰਤਨ ਹੋਇਆ। ਸਤਿਗੁਰੂ ਜੀ ਮਿਹਰ ਕਰਨ। ਜਿਨ੍ਹਾਂ ਵੀ ਮਨੋ ਭਾਵਨਾ ਨੂੰ ਮੁੱਖ ਰੱਖ ਕੇ ਆਪਾਂ ਸਾਰਿਆਂ ਨੇ ਇਹੋ ਹੀ ਅਰਦਾਸ ਕਰਨੀ ਹੈ। ਗੁਰਮੁਖਾਂ ਨੇ ਇਹ ਸਮਾਗਮ ਕਰਵਾਇਆ, ਪਾਠ ਪੂਜਾ ਕਰਵਾਇਆ, ਲੰਗਰ ਲਾਏ ਨੇ, ਤੇ ਇਹ ਮਨੋ ਭਾਵਨਾ ਇਹਨਾਂ ਦੀ ਸੰਪੂਰਨ ਹੋ ਜਾਵੇ ਚੜ੍ਹਦੀ ਕਲਾ ਦੇ ਨਾਲ। ਸਤਿਗੁਰੂ ਤੋਂ ਜੋ ਮੰਗਦੇ ਨੇ ਸਤਿਗੁਰੂ ਗੁਰਮਤਿ ਅਨੁਸਾਰ ਸੰਪੂਰਨ ਕਰ ਦੇਣ, ਮਿਹਰ ਕਰਨ। ਬਾਲ ਬੱਚਿਆਂ ਨੂੰ ਵਿਦਿਆ, ਦੁਨਿਆਵੀ ਵਿਦਿਆ, ਤਰੱਕੀਆਂ ਬਖਸ਼ਣ, ਪਰਿਵਾਰ ਨੂੰ ਚੜ੍ਹਦੀ ਕਲਾ ਦੇਣ, ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ। ਇਹੋ ਹੀ ਅਰਦਾਸ ਆਪਾਂ ਸਾਰੇ ਰਲ ਮਿਲ ਕੇ ਕਰਾਂਗੇ। ਇੱਕੋ ਹੀ ਧਾਰਨਾ ਪੜ੍ਹ ਕੇ ਬਸ ਆਨੰਦ ਸਾਹਿਬ ਦੀ ਬਾਣੀ ਦੇ ਜਾਪ ਸਾਰੀਆਂ ਸੰਗਤਾਂ ਦਾ ਗੁਰਮੁਖ ਪਰਿਵਾਰ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਜਿਨ੍ਹਾਂ ਨੇ ਜਲ ਪਾਣੀ ਛਕ ਲਿਆ ਠੀਕ ਹੈ, ਜਿਨ੍ਹਾਂ ਨਹੀਂ ਛਕਿਆ ਉਹ ਲੰਗਰ ਚੱਲ ਰਹੇ ਨੇ, ਜ਼ਰੂਰ ਛਕ ਕੇ ਜਾਣ। ਕੋਈ ਵੀ ਗੁਰਮੁਖ ਪਿਆਰਾ ਪ੍ਰਸ਼ਾਦਾ ਪਾਣੀ ਛਕੇ ਬਿਨਾਂ ਨਾ ਜਾਵੇ, ਇਹ ਪਰਿਵਾਰ ਦੀ ਬੇਨਤੀ ਹੈ। ਸਤਿਗੁਰੂ ਮਿਹਰ ਕਰਨ। ਆਓ ਸਾਰੇ ਰਸਨਾ ਨੂੰ ਪਵਿੱਤਰ ਕਰਾਂਗੇ। ਹੁਣ ਦਸਰਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਅੱਗੇ ਤੋਂ ਸਤਿਗੁਰੂ ਵੱਲ ਬਖਸ਼ ਦੇਣ, ਕਿਰਪਾ ਕਰਨ, ਸਭਨਾਂ ਦੀ ਸੇਵਾ ਥਾਏ ਪਾਉਣ, ਮਿਹਰ ਕਰਨ, ਪਰਿਵਾਰ ਦੀਆਂ ਸੇਵਾਵਾਂ ਲੇਖੇ ਲਾਉਣ। ਉਹ ਭਾਗਾਂ ਵਾਲਿਆਂ ਘਰਾਂ ਵਿੱਚ ਹੋਵੇ ਜਸ ਬਾਬੇ ਨਾਨਕ ਦਾ, ਭਾਗਾਂ ਵਾਲਿਆਂ ਘਰਾਂ ਦੇ ਵਿੱਚ ਹੋਵੇ ਜਸ ਬਾਬੇ ਨਾਨਕ ਦਾ, ਭਾਗਾਂ ਵਾਲਿਆਂ ਘਰਾਂ ਦੇ ਵਿੱਚ ਹੋਵੇ ਜਸ ਬਾਬੇ ਨਾਨਕ ਦਾ, ਭਾਗਾਂ ਵਾਲਿਆਂ ਘਰਾਂ ਦੇ ਵਿੱਚ ਹੋਵੇ ਜਸ ਬਾਬੇ ਨਾਨਕ ਦਾ। ਪਿਆਰੇ ਜੀ ਜਸ ਬਾਬੇ ਨਾਨਕ ਦਾ, ਮੇਰੇ ਪਿਆਰੇ 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 ਜਸ ਬਾਬੇ ਨਾਨਕ ਦਾ। ਜੀ ਭਾਗਾਂ ਵਾਲਿਆਂ ਘਰਾਂ ਦੇ ਵਿੱਚ ਹੋਵੇ ਜਸ ਬਾਬੇ ਨਾਨਕ ਦਾ, ਭਾਗਾਂ ਵਾਲਿਆਂ ਘਰਾਂ ਵਿੱਚ ਹੋਵੇ ਜਸ ਬਾਬੇ ਨਾਨਕ ਦਾ, ਭਾਗਾਂ ਵਾਲਿਆਂ ਘਰਾਂ ਦੇ ਵਿੱਚ ਹੋਵੇ ਜਸ ਬਾਬੇ ਨਾਨਕ ਦਾ, ਭਾਗਾਂ ਵਾਲਿਆਂ ਘਰਾਂ ਦੇ ਵਿੱਚ ਹੋਵੇ ਜਸ ਬਾਬੇ ਨਾਨਕ ਦਾ। ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਜੈ ਜੈ ਮਨ
ਵਜੀਆਂ ਵਧਾਈਆਂ। ਸਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸਭ ਤੋਂ ਤਾਂ ਬਾਗ ਹਰੀ ਕੇਰਾ ਮਨ ਜਿਨੀ ਵਸਾਇਆ। ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਬਰਾਰ ਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਮੰਗੀ ਸਰ ਕਰੇ ਤੇਰਾ ਕਾਰਜ ਸਭ ਸੁਵਾਰਨਾ। ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਬਰਾਰ ਹੋ ਹਰ ਨਾਲੇ। ਸਾਚੇ ਸਾਹਿਬਾ ਜਾਂ ਨਹੀਂ ਕਰਦੇ ਰਹਿ। ਕਰਤਾ ਤੇਰੇ ਸਭ ਕਿਤ ਹੈ ਜਿਤ ਗਏ ਸੋ ਪਾਵੇ। ਸਦਾ ਸਿਫਤ ਸਲਾਣਾ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਬਸਿਆ ਭਜ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਜਾਂ ਨਹੀਂ ਕਰਦੇ ਰਹਿ। ਸਾਚਾ ਨਾਮ ਮੇਰਾ ਸਤ ਨਾਮ ਆਧਾਰ ਮੇਰਾ ਜਿਨ ਉਠਾ ਸਭ ਗਵਾਈਆਂ। ਘਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ 부ਝਾਈਆਂ। ਸਦਾ ਗੁਰਬਾਣੀ ਕੀਤਾ ਗੁਰ ਜੀ ਕਹੋ ਜਿਸਨੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਜਿਤ ਚਾਰਿ ਸੁਭਾਗੇ। ਕਰ ਸਭਾਗੇ ਸ਼ਬਦ ਵਾਜੇ ਗਲਾਂ ਜਿਤ ਕਰ ਤਾਰੀਆਂ। ਪੰਜ ਰੋਗ ਦੁਖ ਰਸ ਕੀਤੇ ਕਾਲ ਕੰਡ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਤੇ ਨਾਮ ਹਰਿ ਕੇ ਲਾਗੇ। ਕਹਿ ਨਾਨਕ ਆਨੰਦ ਸੁਣੋ ਮਨ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ। ਪਵਨ ਗੁਰੂ ਪਾਣੀ ਪਿਤਾ ਦਾਤਾ ਤਰਤ ਮਹਤ ਦਿਵਸ ਰਾਤ ਸੰਗਿਆਈਆਂ ਮੁਰਿਆਈਆਂ ਬਾਚੈ ਧਰਮ ਹਦੂਰ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਵਾਹਿਗੁਰੂ